ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਇਲਾਹੀ ਅੰਮ੍ਰਿਤਮਈ ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਬਾਣੀ ਦੇ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਛਪੈ ਛੰਦ ਤਵ ਪ੍ਰਸਾਦ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਰੋਜ਼ਾਨਾ ਹੀ ਹਰ ਗੁਰੂ ਕਾ ਸਿੱਖ, ਗੁਰੂ ਕਾ ਪਿਆਰਾ ਨਿਤਨੇਮ ਦਾ ਜਾਪ ਕਰਦਾ ਹੈ ਔਰ ਨਿਤਨੇਮ ਦੀਆਂ ਬਾਣੀਆਂ ਦੇ ਵਿੱਚੋਂ ਦੀ ਇਹ ਦੂਸਰੀ ਬਾਣੀ ਹੈ ਜਿਹਨੂੰ ਅਸੀਂ ਜਾਪ ਸਾਹਿਬ ਆਖਦੇ ਹਾਂ। ਪਹਿਲੀ ਬਾਣੀ ਹੈ ਜਪ ਔਰ ਦੂਸਰੀ ਬਾਣੀ ਹੈ ਜਾਪ। ਪਹਿਲੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਹੋਈ ਬਾਣੀ, ਜਿਹਦੀ ਸੰਪੂਰਨ ਵਿਚਾਰ ਆਪ ਜੀ ਸਰਵਣ ਕਰਦੇ ਆਏ ਔਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਤਰਸ ਕਰਕੇ ਆਪ ਹੀ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਕਰਵਾਈ। ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਵੀ ਜੋ ਬਾਣੀ ਉਚਾਰਨ ਹੋਈ, ਉਹਦਾ ਨਾਮ ਹੈ ਜਾਪ। ਜਪ ਤੋਂ ਹੀ ਅਸੀਂ ਜਾਪ ਤੱਕ ਪਹੁੰਚਣਾ ਹੈ। ਜਪ ਦਾ ਅਰਥ ਹੈ ਜਾਣਨਾ ਕਿ ਅਸੀਂ ਇਸ ਸੰਸਾਰ ਦੇ ਵਿੱਚ ਕਿਉਂ ਆਏ ਹਾਂ ਔਰ ਕਿਹਦੇ ਨਾਲ ਅਸੀਂ ਜੁੜਨਾ ਹੈ। ਜਦੋਂ ਸਾਨੂੰ ਇਹ ਜਾਣਕਾਰੀ ਮਿਲ ਜਾਏਗੀ, ਸਮਝ ਆ ਜਾਏਗੀ ਕਿ ਅਸੀਂ ਮਨੁੱਖਾ ਦੇਹੀ ਕਿਉਂ ਲਈ, ਇਹ ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਔਰ ਕਿਸ ਵਾਸਤੇ ਮਿਲਿਆ ਔਰ ਅਸੀਂ ਕਰਨਾ ਕੀ ਹੈ ਇਸ ਜਨਮ ਦੇ ਵਿੱਚ, ਜਦੋਂ ਇਹ ਗੱਲਾਂ ਸਾਨੂੰ ਸਮਝ ਵਿੱਚ ਆ ਗਈਆਂ, ਫਿਰ ਸਾਡਾ ਅੱਗੋਂ ਚੱਲਣਾ ਸ਼ੁਰੂ ਹੋਏਗਾ। ਜਾਪ ਦਾ ਅਰਥ ਹੈ ਚੱਲਣਾ। ਜਿਸ ਗੱਲ ਦੀ ਸਮਝ ਆਈ ਹੈ ਉਸ ਪਾਸੇ ਨੂੰ ਤੁਰਨਾ। ਜਾਪ ਸਾਹਿਬ ਦੀ ਬਾਣੀ ਜਿਹੜੀ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੋ ਨਾਹਨ ਦੀ ਰਿਆਸਤ ਹੈ, ਜਿੱਥੇ ਅੱਜ ਪਾਉਂਟਾ ਸਾਹਿਬ ਪਵਿੱਤਰ ਅਸਥਾਨ ਸੁਸ਼ੋਭਿਤ ਹੈ, ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਜਾ ਕੇ ਬਖਸ਼ਿਸ਼ਾਂ ਵਰਤਾਈਆਂ ਔਰ ਲਗਭਗ ਸਤਿਗੁਰੂ ਜੀ 1685 ਤੋਂ 1688 ਤੱਕ ਸਤਿਗੁਰੂ ਮਹਾਰਾਜ ਜੀ ਨੇ ਉਸ ਇਲਾਕੇ ਦੇ ਵਿੱਚ ਵਿਚਰਨਾ ਕੀਤਾ ਔਰ ਸੁੰਦਰ ਅਸਥਾਨ ਜੋ ਪਾਉਂਟਾ ਸਾਹਿਬ ਹੈ ਉਹਦੀ ਰਚਨਾ ਕੀਤੀ। ਔਰ ਆਪ ਸਾਰੇ ਜਾਣਦੇ ਹੋ ਕਿ ਇਹਦੇ ਨਾਲ ਹੀ ਇੱਕ ਜਮਨਾ ਨਦੀ ਵਹਿੰਦੀ ਹੈ ਔਰ ਇਹਦੇ ਬਿਲਕੁਲ ਕਿਨਾਰੇ ਤੇ ਸਤਿਗੁਰੂ ਜੀ ਕਵੀ ਦਰਬਾਰ ਵੀ ਸਜਾਉਂਦੇ ਰਹੇ ਨੇ। ਬਕਾਇਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਚੋਟੀ ਦੇ ਕਵੀ ਆਪਣੀ ਕਵਿਤਾ
ਉਚਾਰਨ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਲੈਂਦੇ ਰਹੇ। ਅੱਜ ਵੀ ਜਦੋਂ ਤੁਸੀਂ ਪਵਿੱਤਰ ਅਸਥਾਨ ਪਾਉਂਟਾ ਸਾਹਿਬ, ਜਿਹਨੂੰ ਅਸੀਂ ਪਾਉਂਟਾ ਸਾਹਿਬ ਆਖਦੇ ਹਾਂ, ਜਦੋਂ ਤੁਸੀਂ ਜਾਓਗੇ ਤੇ ਉਸ ਜਮਨਾ ਨਦੀ ਨੂੰ ਵੇਖਿਓ। ਉਹ ਜਦੋਂ ਇਸ ਅਸਥਾਨ ਦੇ ਕੋਲੋਂ ਦੀ ਲੰਘਦੀ ਹੈ ਤੇ ਸ਼ਾਂਤ ਹੋ ਕੇ ਲੰਘਦੀ ਹੈ, ਪਰ ਉਹਨੂੰ ਜਿੱਥੋਂ ਉਹ ਆ ਰਹੀ ਹੈ ਉਸ ਪਾਸਿਓਂ ਵੇਖੋਗੇ ਤੇ ਉਹਦਾ ਸ਼ੋਰ ਸੁਣਾਈ ਦੇਗਾ। ਔਰ ਜਦੋਂ ਇਸ ਅਸਥਾਨ ਤੋਂ ਅੱਗੇ ਨੂੰ ਜਾਂਦਿਆਂ ਵੇਖੋਗੇ ਤੇ ਫਿਰ ਤੁਹਾਨੂੰ ਸ਼ੋਰ ਸੁਣਾਈ ਦੇਗਾ। ਪਰ ਇਸ ਦਾਇਰੇ ਦੇ ਵਿੱਚ, ਇੰਨੀ ਕੁ ਜਗ੍ਹਾ ਦੇ ਵਿੱਚ ਉਹ ਜਮਨਾ ਨਦੀ ਸ਼ਾਂਤ ਹੋ ਕੇ ਚੱਲਦੀ ਹੈ। ਕਿਉਂ ਚੱਲਦੀ ਹੈ? ਕਿਉਂਕਿ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਸਮਰੱਥ ਸਤਿਗੁਰੂ ਜੀ ਦੇ ਬੋਲ ਨੇ, ਉਸ ਜਮਨਾ ਨਦੀ ਦੇ ਪਰਥਾਏ ਪੂਰੇ ਪ੍ਰਤੱਖ ਪ੍ਰਮਾਣ ਹੈ ਕਿ ਅੱਜ ਵੀ ਉਹ ਉਸ ਜਗ੍ਹਾ ਦੇ ਵਿੱਚੋਂ ਉਹਨੇ ਸ਼ਾਂਤ ਹੋ ਕੇ ਲੰਘਣਾ ਹੈ। ਕਿਉਂਕਿ ਸਾਹਿਬ ਜੀ ਨੇ ਉੱਥੇ ਬੈਠ ਕੇ ਇਹ ਜਾਪ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ ਹੈ। ਇਹ ਜਾਪ ਸਾਹਿਬ ਦੀ ਬਾਣੀ ਉਸ ਪਾਵਨ ਪਵਿੱਤਰ ਅਸਥਾਨ ਪਾਉਂਟਾ ਸਾਹਿਬ, ਉਸ ਇਲਾਕੇ ਦੇ ਵਿੱਚ ਹੈ। ਕਵੀ ਦਰਬਾਰ ਵੀ ਸੱਜਣਾ, ਇਹ ਸਾਹਿਬ ਨੇ ਆਖਿਆ ਇਸ ਜਮਨਾ ਨੂੰ ਕਿ ਤੂੰ ਸ਼ਾਂਤ ਹੋ ਕੇ ਚੱਲਣਾ ਹੈ। ਔਰ ਅੱਜ ਵੀ ਉਹ ਸ਼ਾਂਤ ਹੈ, ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਤਾਂ ਹਿਰਦੇ ਵਿੱਚ ਵਸੇਗੀ ਜੇ ਸਾਡਾ ਮਨ ਅੰਦਰ ਸ਼ਾਂਤ ਹੋਏਗਾ। ਜਿੰਨਾ ਚਿਰ ਸਾਡਾ ਮਨ ਅੰਦਰ ਸ਼ਾਂਤ ਨਹੀਂ ਹੋਏਗਾ, ਉਨਾ ਚਿਰ ਗੁਰਬਾਣੀ ਅੰਦਰ ਵਸੇਗੀ ਨਹੀਂ। ਕਿਉਂਕਿ ਮਨ ਤਾਂ ਚੰਚਲ ਹੈ, ਮਨ ਦੇ ਵਿੱਚ ਹਰ ਵੇਲੇ ਹਲਚਲ ਹੁੰਦੀ ਰਹਿੰਦੀ ਹੈ, ਮਨ ਵਿੱਚ ਹਰ ਵੇਲੇ ਸ਼ੋਰ ਮਚਦਾ ਰਹਿੰਦਾ ਹੈ। ਪਹਿਲੇ ਅਸੀਂ ਜਪ ਦੀ ਬਾਣੀ ਦਾ ਅਭਿਆਸ ਕਰਕੇ, ਜਿਹਨੂੰ ਜਪਜੀ ਸਾਹਿਬ ਆਪਾਂ ਕਹਿੰਦੇ ਹਾਂ, ਉਹਦਾ ਅਭਿਆਸ ਕਰਕੇ ਮਨ ਨੂੰ ਸ਼ਾਂਤ ਕਰਨਾ ਹੈ, ਮਨ ਨੂੰ ਟਿਕਾ ਦੇ ਵਿੱਚ ਲਿਆਉਣਾ ਹੈ। ਕਿਉਂਕਿ ਜਦੋਂ ਮਨ ਟਿਕੇਗਾ ਤਾਂ ਹੀ ਤੇ ਜਪ ਤੋਂ ਜਾਪ ਤੇ ਚੱਲਾਂਗੇ ਆਪਾਂ। ਜਪ ਦੀ ਬਾਣੀ ਸਾਡੇ ਮਨ ਨੂੰ ਸ਼ਾਂਤ ਕਰਦੀ ਹੈ। ਸਾਡੇ ਮਨ ਦਾ ਸ਼ੋਰ ਜਿਹੜਾ ਹੈ ਨਾ, ਇਹ ਬਿਲਕੁਲ ਅੰਦਰੋਂ ਦੀ ਸ਼ਾਂਤ ਹੋ ਜਾਂਦਾ ਹੈ ਜੇ ਕਿਤੇ ਜਪਜੀ ਸਾਹਿਬ ਦੀ ਬਾਣੀ ਦਾ ਅਭਿਆਸ ਪਿਆਰ ਦੇ ਨਾਲ ਭਿੱਜ ਕੇ ਕੀਤਾ ਜਾਏ। ਮਨ ਸ਼ਾਂਤ ਹੋ ਜਾਂਦਾ ਹੈ, ਤੇ ਜਦੋਂ ਮਨ ਸ਼ਾਂਤ ਹੋਏਗਾ ਫਿਰ ਜਾਪ ਚੱਲੇਗਾ। ਇਹੀ ਕਾਰਨ ਹੈ ਕਿ ਉੱਥੇ ਜਿਹੜੀ ਨਦੀ ਵਹਿੰਦੀ ਆ ਉਹ ਵੀ ਸ਼ਾਂਤ ਹੋ ਕੇ ਚੱਲਦੀ ਹੈ। ਸਾਹਿਬ ਆਖਿਆ ਇੱਥੇ ਅਸੀਂ ਉਸ ਅਕਾਲ ਪੁਰਖ ਨਾਲ ਜੁੜਨਾ ਤੇ ਜੋੜਨਾ ਹੈ, ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਨ ਵਾਸਤੇ ਮਨ ਨੂੰ ਸ਼ਾਂਤ ਹੋਣਾ ਪੈਣਾ ਹੈ। ਮਨ ਦੀ ਹਲਚਲ, ਮਨ ਦਾ ਸ਼ੋਰ, ਮਨ ਦੀ ਚੰਚਲਤਾਈ ਨਾਲ ਕਦੇ ਅਕਾਲ ਪੁਰਖ ਨੂੰ ਪਾਇਆ ਨਹੀਂ ਜਾ ਸਕਦਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮੇਰੇ ਮਨ, ਤੇਰੀ ਚਤੁਰਾਈ, ਤੇਰੀ ਚੰਚਲਤਾ ਨਾਲ ਇਹ ਅੰਦਰ ਦਾ ਸ਼ੋਰ ਸ਼ਾਂਤ ਨਹੀਂ ਹੋਣਾ। ਤੇ ਮਨ ਨੇ ਪੁੱਛਿਆ ਫਿਰ ਕਿਵੇਂ ਹੋਣਾ ਹੈ? ਤੇ ਸਾਹਿਬ ਕਹਿੰਦੇ ਆ ਜਪ ਜੀ ਸਾਹਿਬ ਦੀ ਬਾਣੀ ਦਾ ਅਭਿਆਸ ਕਰ। ਸੁਣ ਕੇ ਮਨ ਕੇ ਅਮਲੀ ਜਾਮਾ ਇਹਨੂੰ ਪਹਿਨਾ। ਤੇ ਜਦੋਂ ਉਹਨੇ ਸੁਣ ਕੇ ਮਨ ਕੇ ਅਮਲੀ ਜਾਮਾ ਇਹਨੂੰ ਪਹਿਨਾ ਦਿੱਤਾ, ਤੇ ਫਿਰ ਅੱਗੋਂ ਕਹਿਣ ਦੀ ਲੋੜ ਨਹੀਂ ਪਈ, ਆਪਣੇ ਆਪ ਹੀ ਜਾਪ ਜਿਹੜਾ ਸੀ ਉਹ ਸ਼ੁਰੂ ਹੋ ਗਿਆ। ਔਰ ਦੂਸਰੀ ਵਿਚਾਰ ਇਹ ਕਿ ਅਸੀਂ ਜਪਜੀ ਸਾਹਿਬ ਦਾ ਪਾਠ ਤੇ ਕਰਦੇ ਹਾਂ, ਪਰ ਬਹੁਤਾਤ ਵਿੱਚ ਵੇਖਦੇ ਹਾਂ, ਨੇਮ ਬਹੁਤਿਆਂ ਦਾ ਨੇਮ ਹੈ, ਕੋਈ ਸ਼ੱਕ ਨਹੀਂ। ਅੰਮ੍ਰਿਤ ਵੇਲੇ ਦਾ ਉਹਨਾਂ ਦਾ ਜਾਪ ਦਾ ਨੇਮ ਰੋਜ਼ਾਨਾ ਦਾ ਬਣਿਆ ਹੋਇਆ ਹੈ। ਪਰ ਐਸੇ ਵੀ ਨੇ ਜਿਹੜੇ ਕਹਿੰਦੇ ਅਸੀਂ ਜਪਜੀ ਸਾਹਿਬ ਤਾਂ ਪੜ੍ਹ ਲੈਂਦੇ ਹਾਂ, ਪਰ ਸਾਨੂੰ ਜਾਪ ਸਾਹਿਬ ਔਖਾ ਲੱਗਦਾ ਹੈ। ਜਾਪ ਸਾਹਿਬ ਸਾਨੂੰ ਔਖਾ ਲੱਗਦਾ ਹੈ ਪੜ੍ਹਨਾ, ਇਸ ਲਈ ਅਸੀਂ ਇਹ ਪਾਠ ਛੱਡ ਕੇ ਫਿਰ ਅਗਲੀ ਬਾਣੀ ਦਾ ਪਾਠ ਕਰ ਲੈਂਦੇ ਹਾਂ। ਐਸੇ ਵੀ ਮੌਜੂਦ ਨੇ। ਪਰ ਜੇ ਅਸੀਂ ਪਿਆਰ ਨਾਲ ਭਿੱਜ ਕੇ ਜਪਜੀ ਸਾਹਿਬ ਦੀ ਬਾਣੀ ਦਾ ਅਭਿਆਸ ਕੀਤਾ ਹੋਏਗਾ ਨਾ, ਫਿਰ ਜਾਪ ਨਾਲ ਜੁੜਨਾ ਸਾਡੇ ਲਈ ਸੌਖਾ ਹੋ ਜਾਏਗਾ। ਇਹਦੇ ਵਿੱਚ
ਉਰਦੂ ਵੀ ਹੈ, ਫਾਰਸੀ ਵੀ ਹੈ, ਬ੍ਰਿਜ ਭਾਸ਼ਾ ਵੀ ਹੈ ਔਰ ਇਹਦੇ ਵਿੱਚ ਸੰਸਕ੍ਰਿਤੀ ਭਾਸ਼ਾ ਵੀ ਹੈ। ਪਰ ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਕਿਹਦੇ ਵਿੱਚ ਬਦਲਿਆ ਗਿਆ? ਗੁਰਮੁਖੀ ਅੱਖਰ ਵਿੱਚ, ਤਾਂ ਕਿ ਸਾਡੇ ਲਈ ਇਹ ਪੜ੍ਹਨਾ ਸੌਖਾ ਹੋ ਜਾਏ। ਜੇ ਨਿਰੋਲ ਉਰਦੂ ਹੋਵੇ, ਫਾਰਸੀ ਹੋਵੇ, ਫਿਰ ਤੇ ਆਪਾਂ ਨਹੀਂ ਪੜ੍ਹ ਸਕਦੇ। ਹੈ ਉਰਦੂ, ਹੈ ਫਾਰਸੀ ਹੈ, ਪਰ ਉਹਨੂੰ ਬਦਲਿਆ ਕਿਹਦੇ ਵਿੱਚ ਹੈ? ਗੁਰਮੁਖੀ ਅੱਖਰ ਦੇ ਵਿੱਚ, ਤਾਂ ਕਿ ਸਾਡੇ ਲਈ ਇਹ ਪੜ੍ਹਨਾ ਸੌਖਾ ਹੋ ਜਾਏ। ਜਦੋਂ ਤੁਸੀਂ ਇਸ ਬਾਣੀ ਨਾਲ, ਚਲੋ ਔਖਾਈ ਆਏਗੀ, 1 ਦਿਨ 2 ਦਿਨ 4 ਦਿਨ, ਪਰ ਜਦੋਂ ਅਭਿਆਸ ਕਰਦੇ ਚੱਲੋਗੇ ਇੱਕ ਦਿਨ ਐਸਾ ਰਸ ਬਣੇਗਾ ਕਿ ਇਸੇ ਬਾਣੀ ਵਿੱਚੋਂ ਤੁਹਾਨੂੰ ਆਨੰਦ ਆਏਗਾ। ਔਰ ਦੂਸਰੀ ਗੱਲ, ਜਦੋਂ ਅਸੀਂ ਰਹਿਤਨਾਮੇ ਪੜ੍ਹਦੇ ਹਾਂ ਨਾ, ਰਹਿਤਨਾਮੇ, ਜਿਹਦੇ ਵਿੱਚ ਸਾਨੂੰ ਰਹਿਤ ਬਾਰੇ ਦੱਸਿਆ ਗਿਆ ਹੈ ਕਿ ਕੈਸਾ ਸਾਡਾ ਜੀਵਨ ਹੋਣਾ ਚਾਹੀਦਾ ਹੈ, ਕੈਸੀ ਸਾਡੀ ਰਹਿਤ ਹੋਣੀ ਚਾਹੀਦੀ ਹੈ। ਉਸ ਰਹਿਤਨਾਮੇ ਨੂੰ ਜਦੋਂ ਪੜ੍ਹੀਏ ਤੇ ਭਾਈ ਪ੍ਰਹਲਾਦ ਸਿੰਘ ਦਾ ਰਹਿਤਨਾਮਾ ਪੜ੍ਹੀਏ ਤੇ ਉਹਨਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਬਿਨ ਜਪ ਜਾਪ ਜਪੇ ਜੋ ਜੋਵੈ ਪ੍ਰਸਾਦ। ਜਿਹੜਾ ਜਪ ਤੇ ਜਾਪ ਦੀ ਬਾਣੀ ਨੂੰ ਪੜ੍ਹਨ ਤੋਂ ਬਿਨਾਂ, ਇਹਦੇ ਨਾਲ ਜੁੜਨ ਤੋਂ ਬਿਨਾਂ ਪ੍ਰਸਾਦ ਛਕਦਾ ਹੈ। ਜੋ ਭਾਈ ਪ੍ਰਹਲਾਦ ਸਿੰਘ ਨੇ ਰਹਿਤਨਾਮੇ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ, ਜਪ ਦਾ ਵੀ ਜ਼ਿਕਰ ਕੀਤਾ ਹੈ ਤੇ ਜਾਪ ਦਾ ਵੀ ਕੀਤਾ ਹੈ। ਇੱਥੇ ਇੱਕ ਬੇਨਤੀ ਕਰਦਾ ਚੱਲਾਂ ਕਿ ਇਹ ਸਾਡੇ ਨਿੱਤ ਦੀ ਨੇਮ ਦੀ ਬਾਣੀ ਵਿੱਚ ਇਹ ਬਾਣੀ ਐਡ ਹੈ। ਔਰ ਦੂਸਰੀ ਗੱਲ, ਜਦੋਂ ਵੀ ਖੰਡੇ ਦੀ ਪਹੁਲ ਤਿਆਰ ਹੋਏਗੀ, ਅੰਮ੍ਰਿਤ ਸੰਚਾਰ ਹੋਏਗਾ, ਤੇ ਇਹ ਬਾਣੀ ਜਿਹੜੀ ਹੈ ਜਾਪ ਸਾਹਿਬ ਦੀ 5 ਪਿਆਰਿਆਂ ਦੇ ਵਿੱਚ ਪੜ੍ਹੀ ਜਾਏਗੀ। 5 ਪਿਆਰੇ ਜਦੋਂ ਬੈਠ ਕੇ ਖੰਡੇ ਦੀ ਪਹੁਲ ਤਿਆਰ ਕਰਦੇ ਆ, ਉਹ ਬਾਟਾ ਤਿਆਰ ਹੁੰਦਾ ਹੈ ਅੰਮ੍ਰਿਤ ਦਾ, ਉਹਦੇ ਵਿੱਚ ਜਪ ਦੀ ਬਾਣੀ ਪਹਿਲਾਂ ਜਪਜੀ ਸਾਹਿਬ, ਫਿਰ ਦੂਸਰੇ ਨੰਬਰ ਤੇ ਜਾਪ ਸਾਹਿਬ ਦਾ ਪਾਠ ਹੁੰਦਾ ਹੈ। ਅੱਜ ਭਾਵੇਂ ਕਈ ਬਹੁਤੇ ਸਿਆਣੇ ਹੋ ਕੇ ਕਿੰਤੂ ਪਰੰਤੂ ਇਹਦੇ ਵਿੱਚ ਕਰਨ ਲੱਗ ਪਏ ਨੇ, ਪਰ ਇਹ ਨਿਰੋਲ ਅਕਾਲ ਪੁਰਖ ਦੀ ਉਸਤਤ ਹੈ। ਔਰ ਇਹਨੂੰ ਜਦੋਂ ਤੁਸੀਂ ਜਪ ਨੂੰ ਸਮਝ ਲਓਗੇ ਤੇ ਜਾਪ ਵਿੱਚ ਕੋਈ ਪ੍ਰਸ਼ਨ ਕਿੰਤੂ ਪਰੰਤੂ ਰਹਿ ਹੀ ਨਹੀਂ ਜਾਏਗਾ। ਕਿਉਂਕਿ ਜੋ ਜਪ ਵਿੱਚ ਸਮਝਾਇਆ ਗਿਆ ਉਹਦਾ ਹੀ ਜਾਪ ਇਹਦੇ ਵਿੱਚ ਕਰਨ ਨੂੰ ਕਿਹਾ। ਨਿਰੋਲ ਅਕਾਲ ਪੁਰਖ ਦੀ ਉਸਤਤ ਹੈ, ਕਿਸੇ ਬੰਦੇ ਦੀ ਉਸਤਤ ਨਹੀਂ, ਕਿਸੇ ਬਾਦਸ਼ਾਹ ਦੀ ਉਸਤਤ ਨਹੀਂ, ਕਿਸੇ ਰਾਜੇ ਮਹਾਰਾਜੇ ਦੀ ਉਸਤਤ ਨਹੀਂ ਹੈ। ਇੱਥੇ ਤੇ ਰਾਜਾਨ ਰਾਜ ਦੀ ਉਸਤਤ ਹੈ। ਇਸ ਲਈ ਜਦੋਂ 5 ਪਿਆਰੇ ਅੰਮ੍ਰਿਤ ਸੰਚਾਰ ਹੁੰਦਾ ਹੈ ਤੇ ਉਦੋਂ ਇਹ ਬਕਾਇਦਾ ਇਹ ਬਾਣੀ ਜਿਹੜੀ ਹੈ ਜਾਪ ਸਾਹਿਬ ਦੀ ਪੜ੍ਹੀ ਜਾਂਦੀ ਹੈ। ਔਰ ਉੱਥੇ ਭਾਈ ਪ੍ਰਹਲਾਦ ਸਿੰਘ ਜੀ ਨੇ ਰਹਿਤਨਾਮੇ ਵਿੱਚ ਜ਼ਿਕਰ ਕੀਤਾ ਹੈ ਕਿ ਬਿਨ ਜਪ ਜਾਪ, ਬਿਨ ਦਾ ਅਰਥ ਹੈ ਬਿਨਾਂ, ਜਪ ਤੇ ਜਾਪ ਦੀ ਬਾਣੀ ਤੋਂ ਬਿਨਾਂ ਜੋ ਜੋਵੈ ਪ੍ਰਸਾਦ। ਜਿਹੜਾ ਆਪਣੇ ਮੁਖ ਦੇ ਵਿੱਚ ਕਹਿਣ ਲੱਗੇ ਜਿਹੜਾ ਅੰਨ ਜਲ ਹੈ ਉਹ ਛਕਦਾ ਹੈ, ਸੋ ਵਿਸ਼ਟਾ ਕਾ ਕਿਰਮ ਹੋਏ। ਇਹ ਰਹਿਤਨਾਮੇ ਚ ਲਿਖਿਆ। ਸੋ ਵਿਸ਼ਟਾ, ਵਿਸ਼ਟਾ ਆਪ ਜੀ ਸਮਝਦੇ ਹੋ ਗੰਦਗੀ। ਤੇ ਪਰਸੋਂ ਵੀ ਇੱਕ ਜ਼ਿਕਰ ਆਪ ਜੀ ਨਾਲ ਕੀਤਾ ਸੀ ਗੁਰਬਾਣੀ ਵਿੱਚੋਂ। ਇਹ ਨਹੀਂ ਕਿ ਚਲੋ ਇਹ ਭਾਈ ਪ੍ਰਹਲਾਦ ਸਿੰਘ ਨੇ ਕਿਹਾ, ਪਰ ਗੁਰਬਾਣੀ ਵੀ ਤਾਂ ਇਹੀ ਕਹਿੰਦੀ ਹੈ ਕਿ ਜਿਹੜਾ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਆਪਣੇ ਜੀਵਨ ਵਿੱਚ ਪਹਿਨਦਾ ਤੇ ਖਾਂਦਾ ਹੈ, ਉਹਦੀ ਹਾਲਤ ਇਸ ਤਰ੍ਹਾਂ ਜਿਵੇਂ ਇੱਕ ਕੂਕਰ ਜੂਠੇ ਭਾਂਡੇ ਵਿੱਚ ਮੂੰਹ ਮਾਰਦਾ ਹੋਵੇ। ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ। ਤੇ ਗੁਰਬਾਣੀ ਵਿੱਚ ਵੀ ਤੇ ਇਹੀ ਲਿਖਿਆ ਹੈ। ਇੱਥੇ ਰਹਿਤਨਾਮੇ ਚ ਵੀ ਕਹਿੰਦੇ ਸੋ ਵਿਸ਼ਟਾ ਕਾ ਕਿਰਮ ਹੋਏ, ਜਨਮ ਗਵਾਵੇ ਬਾਦ। ਉਹ ਆਪਣਾ ਜਨਮ ਬੇਅਰਥ ਗਵਾ ਜਾਂਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਇਹੀ ਕਹਿੰਦੇ ਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜੇ ਤੂੰ ਉਹਦੇ ਮਾਲਕ ਦੇ ਗੁਣ ਹੀ ਨਹੀਂ ਗਾਏ ਤੇ ਤੂੰ ਆਪਣਾ ਜਨਮ ਅਕਾਰਥ ਕਰ ਲਿਆ। ਜੋ ਗੁਰਬਾਣੀ ਦੇ ਵਿੱਚ ਹੈ ਉਸੇ ਹੀ ਮੁਤਾਬਕ ਇਹ ਵਿਚਾਰ ਆਪਾਂ ਸਮਝਣੀ, ਗੁਰਬਾਣੀ ਤੋਂ ਬਾਹਰ ਹੋ ਕੇ ਨਹੀਂ।
ਗੁਰੂ ਰਾਮਦਾਸ ਮਹਾਰਾਜ ਜੀ ਵੀ ਤੇ ਇਹੀ ਆਪਾਂ ਕਿੰਨੀ ਵਾਰ ਵਿਚਾਰ ਚੁੱਕੇ ਹਾਂ ਕਿ ਜਦੋਂ ਗੁਰੂ ਦਾ ਸਿੱਖ ਉੱਠਦਾ ਹੈ ਤੇ ਉੱਠਦਿਆਂ ਉਹਦੇ ਮੁਖ ਦੇ ਵਿੱਚ ਵਾਹਿਗੁਰੂ ਦਾ ਜਾਪ ਹੋਵੇ, ਉੱਠਦਿਆਂ ਉਹ ਵਾਹਿਗੁਰੂ ਨੂੰ ਧਿਆਵੇ, ਪਰਮੇਸ਼ਵਰ ਨੂੰ ਧਿਆਵੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਹਰ ਨਾਮ ਧਿਆਵੇ, ਉੱਠਦਿਆਂ ਨਾਮ ਧਿਆਵੇ। ਇਸ ਲਈ ਕਹਿ ਰਹੇ ਨੇ ਕਿ ਗੱਲ ਸੀ ਜਪ ਤੇ ਜਾਪ ਦੀ, ਜਿਹਨੂੰ ਰਹਿਤਨਾਮੇ ਵਿੱਚ ਵੀ ਕਿਹਾ ਗਿਆ ਕਿ ਜਪ ਤੇ ਜਾਪ ਦੀ ਬਾਣੀ ਦਾ ਉਚਾਰਨ, ਉਹਦੇ ਨਾਲ ਜੁੜਨਾ, ਉਹਨੂੰ ਪੜ੍ਹਨਾ ਸਮਝਣਾ ਸਾਡੇ ਵਾਸਤੇ ਜ਼ਰੂਰੀ ਹੈ। ਜੋ ਪਵਿੱਤਰ ਬਾਣੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਉਹਦੀ ਆਰੰਭਤਾ ਸਤਿਗੁਰੂ ਜੀ ਕਰਦੇ ਨੇ ਇੱਕ ਓੰਕਾਰ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਜਿਹੜੀ ਜਪ ਦੀ ਬਾਣੀ ਦਾ ਉਚਾਰਨ ਕੀਤਾ, ਆਰੰਭਤਾ ਕੀਤੀ ਹੈ, ਉਹ ਇੱਕ ਓੰਕਾਰ ਤੋਂ ਕੀਤੀ ਹੈ। ਇੱਕ ਅਕਾਲ ਪੁਰਖ, ਇੱਕ ਪਰਮੇਸ਼ਵਰ, ਜੋ ਪੂਰਾ ਬ੍ਰਹਿਮੰਡ ਜਿਹੜਾ ਹੈ ਉਹ ਇੱਕ ਦੇ ਹੁਕਮ ਦੇ ਵਿੱਚ ਹੈ। ਔਰ ਜਿੰਨਾ ਵੀ ਅਸੀਂ ਇਹ ਬ੍ਰਹਿਮੰਡ ਵੇਖ ਰਹੇ ਹਾਂ ਉਹਦੇ ਵਿੱਚ ਇੱਕ ਹੀ ਸਮਾਇਆ ਹੋਇਆ ਹੈ। ਉਹ ਇੱਕ ਜਿਹਦੇ ਤੋਂ ਬਿਨਾਂ ਦੂਜਾ ਸੰਸਾਰ ਵਿੱਚ ਕੋਈ ਹੈ ਹੀ ਨਹੀਂ ਹੈ। ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਥਾਂ ਕਿਸੇ ਦੂਜੇ ਨੂੰ ਦੇ ਹੀ ਨਹੀਂ ਸਕਦੇ, ਕਿਉਂਕਿ ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਈ, ਦੂਜਾ ਹੈ ਹੀ ਕੋਈ ਨਹੀਂ, ਫਿਰ ਉਹਦੀ ਥਾਂ ਕਿਸੇ ਹੋਰ ਨੂੰ ਕਿਵੇਂ ਦੇ ਦਈਏ। ਪਰ ਅਸੀਂ ਦਿੱਤੀਆਂ ਥਾਵਾਂ ਬੜਿਆਂ ਨੂੰ ਦਿੱਤੀਆਂ ਨੇ, ਅਸੀਂ ਰੱਬ ਬੜਿਆਂ ਨੂੰ ਬਣਾ ਕੇ ਉਹਨਾਂ ਨੂੰ ਪੂਜ ਰਹੇ ਹਾਂ, ਮੰਨ ਰਹੇ ਹਾਂ। ਅਸੀਂ ਬੰਦਿਆਂ ਨੂੰ ਹੀ ਰੱਬ ਬਣਾ ਕੇ ਬੈਠੇ ਹਾਂ, ਜਦ ਕਿ ਉਹ ਇੱਕ ਹੀ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਔਰ ਇੱਕ ਨਾਲ ਹੀ ਅਸੀਂ ਜੁੜਨਾ ਹੈ, ਇੱਕ ਤੋਂ ਹੀ ਗਿਣਤੀ ਸ਼ੁਰੂ ਹੁੰਦੀ ਹੈ, ਇੱਕ ਤੋਂ ਹੀ ਸਾਰੀ ਬਣਤਰ ਹੈ। ਉਹ ਇੱਕ ਵੀ ਹੈ ਤੇ ਅਨੇਕ ਵੀ ਹੈ, ਤੇ ਅਨੇਕ ਤੋਂ ਇੱਕ ਵੀ ਹੈ। ਸਾਰੀਆਂ ਵਿਚਾਰਾਂ ਆਪਾਂ ਜਾਪ ਸਾਹਿਬ ਦੀ ਬਾਣੀ ਚੋਂ ਸਮਝਣੀਆਂ। ਇਸ ਲਈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਇੱਕ ਓੰਕਾਰ। ਸਤਿਗੁਰ ਪ੍ਰਸਾਦ, ਜਿਹੜਾ ਸੱਚਾ ਗਿਆਨ ਹੈ ਗੁਰੂ ਦੇ ਰਾਹੀਂ ਮਿਲਦਾ, ਉਹਦੀ ਕਿਰਪਾ ਦੇ ਦੁਆਰਾ ਹੀ ਇੱਕ ਦੀ ਸਮਝ ਆਉਣੀ ਹੈ। ਔਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਆਰੰਭ ਵਿੱਚ ਹੀ ਅਕਾਲ ਪੁਰਖ ਦੀ ਪਰਿਭਾਸ਼ਾ ਦਿੱਤੀ ਹੈ, ਡੈਫੀਨੇਸ਼ਨ ਦਿੱਤੀ ਹੈ, ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ ਦੇ ਵਿੱਚ ਆਰੰਭ ਵਿੱਚ ਉਹੀ ਗੱਲਾਂ ਸਮਝਾਉਂਦੇ ਆ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਈਆਂ। ਉੱਥੇ ਵੀ ਗੁਰੂ ਸਾਹਿਬ ਨੇ ਆਖਿਆ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਅੱਗੇ ਆਖਿਆ ਗੁਰ ਪ੍ਰਸਾਦ, ਇੱਥੇ ਮਾਰੇ ਕਹਿੰਦੇ ਆ ਸਤਿਗੁਰ ਪ੍ਰਸਾਦ। ਔਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਵੱਖ-ਵੱਖ ਰੂਪ ਦੇ ਵਿੱਚ ਜਿਹੜੇ ਮੰਗਲਾਚਰਨ ਆਏ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਉਹ ਸਤ ਜਿਹੜਾ ਹੈ ਨਾ, ਸਤ ਜਿਹਦੇ ਵਿੱਚ ਗਿਆਨ ਹੈ, ਗੁਰ ਦਾ ਅਰਥ ਹੁੰਦਾ ਗਿਆਨ, ਜਿਹਦੇ ਵਿੱਚ ਸੱਚਾ ਗਿਆਨ ਹੈ, ਉਹ ਕੌਣ ਹੈ? ਉਹ ਹੈ ਸਤਿਗੁਰੂ, ਜਿਹਨੇ ਸਤਿਪੁਰਖ ਨੂੰ ਜਾਣਿਆ। ਸਤਿਪੁਰਖ ਨੂੰ ਜਾਣਨ ਵਾਲਾ ਜਿਹੜਾ ਸੱਚਾ ਗੁਰੂ ਹੈ ਨਾ, ਪ੍ਰਸਾਦ, ਉਹਦੀ ਕਿਰਪਾ ਦੇ ਦੁਆਰਾ, ਉਹਦੀ ਕਿਰਪਾ ਦੇ ਰਾਹੀਂ ਇੱਕ ਅਕਾਲ ਪੁਰਖ ਜੀ ਨਾਲ ਜੁੜਿਆ ਜਾ ਸਕਦਾ ਹੈ। ਸ਼੍ਰੀ ਮੁਖ ਵਾਕ, ਇਹ ਮੁਖ ਵਾਕ, ਇਹ ਜਿਹੜੇ ਬੋਲ ਨੇ ਮੁਖ ਤੋਂ ਨਿਕਲੇ ਹੋਏ ਨੇ, ਇਹ ਕਿਹਦੇ ਨੇ? ਪਾਤਸ਼ਾਹੀ ਦਸਵੀਂ, ਦਸਵੀਂ ਪਾਤਸ਼ਾਹੀ, ਜਿਹੜੀ ਦਸਵੀਂ ਪਾਤਸ਼ਾਹੀ ਹੈ। ਪਹਿਲੀ ਪਾਤਸ਼ਾਹੀ ਕੌਣ ਹੈ? ਗੁਰੂ ਨਾਨਕ ਸਾਹਿਬ। ਤੇ ਅਸੀਂ ਗੁਰਬਾਣੀ ਵਿੱਚ ਉਹਨਾਂ ਪਰਥਾਏ ਪੜ੍ਹਦੇ ਹਾਂ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਉਸ ਮੁਤਾਬਕ ਇੱਥੇ ਅਸੀਂ ਦਸਵੀਂ ਕਹਿਣਾ ਹੈ। ਇੱਥੇ ਲਿਖਿਆ ਭਾਵੇਂ ਗਿਣਤੀ ਦਾ 10 ਹੈ, ਤੇ ਜਦੋਂ ਗਿਣਤੀ ਦਾ 10 ਲਿਖਿਆ ਤੇ ਇਹਦਾ ਅਸੀਂ ਉਚਾਰਨ ਵੀ 10 ਨਹੀਂ ਕਰਨਾ, ਇਹਨੂੰ ਦਸਵੀਂ ਆਖਣਾ ਹੈ। ਕਿਉਂਕਿ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ ਕਾਇਆ ਹੀ ਪਲਟੀ ਹੈ। ਸਿਰਫ ਕਾਇਆ ਦਾ ਮਤਲਬ
ਜਿਵੇਂ ਆਪਾਂ ਕੱਪੜੇ ਬਦਲਦੇ ਹਾਂ, ਅੱਜ ਅਸੀਂ ਚਿੱਟੇ ਰੰਗ ਦੇ ਕੱਪੜੇ ਪਾ ਲਏ, ਕੱਲ ਅਸੀਂ ਪੀਲੇ ਰੰਗ ਦੇ ਪਾ ਲਏ, ਪਰਸੋਂ ਅਸੀਂ ਹੋਰ ਰੰਗ ਦੇ ਪਾ ਲਏ, ਪਰ ਅਸੀਂ ਰੰਗ ਬਦਲ ਦਿੱਤੇ। ਬਾਹਰੋਂ ਅਸੀਂ ਰੰਗ ਜਿਹੜੇ ਆ ਉਹ ਬਦਲੇ, ਪਰ ਅੰਦਰ ਦਾ ਬੰਦਾ ਤੇ ਨਹੀਂ ਨਾ ਬਦਲਿਆ। ਬੰਦਾ ਤੇ ਉਹੀ ਹੈ, ਸਿਰਫ ਚੋਲੇ ਬਦਲੇ, ਕੱਪੜੇ ਬਦਲੇ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉਹੀ, ਵਿਚਾਰਧਾਰਾ ਉਹੀ ਹੈ, ਸਿਧਾਂਤ ਉਹੀ ਨੇ, ਰਸਤਾ ਉਹੀ ਹੈ, ਸਿਰਫ ਕਾਇਆ ਪਲਟੀ ਹੈ। ਔਰ ਇਹੀ ਗੱਲ ਭਾਈ ਗੁਰਦਾਸ ਜੀ ਨੇ ਵੀ ਆਖੀ ਹੈ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਹਰ ਗੋਬਿੰਦ ਜੀ ਨੂੰ ਸਵਾਰਿਆ ਹੈ, ਬਸ ਕਾਇਆ ਪਲਟ ਕੇ ਜਿਹੜੀ ਜੋਤ ਵਿਚਾਰਧਾਰਾ ਸੀ, ਜਿਹੜੀ ਜੁਗਤੀ ਸੀ, ਉਹ ਹੁਣ ਹਰਗੋਬਿੰਦ ਸਾਹਿਬ ਜੀ ਦੀ ਜ਼ਿੰਮੇਵਾਰੀ ਹੋ ਗਈ। ਗੁਰੂ ਨਾਨਕ ਸਾਹਿਬ ਨੇ ਆਪਣੀਆਂ ਜ਼ਿੰਮੇਵਾਰੀਆਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਦਿੱਤੀਆਂ ਨੇ, ਸਿਧਾਂਤ ਨਹੀਂ ਬਦਲੇ ਵੀ ਹੁਣ ਤੁਸੀਂ ਆਪਣੇ ਸਿਧਾਂਤ ਵੱਖਰੇ ਚਲਾਓ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਗੁਰੂ ਅਮਰਦਾਸ ਜੀ ਨੂੰ ਸੌਂਪੀਆਂ ਨੇ। ਇਹ ਨਹੀਂ ਆਖਿਆ ਵੀ ਤੁਸੀਂ ਹੁਣ ਆਪਣੀ ਵੱਖਰੇ ਸਿਧਾਂਤ ਲੈ ਕੇ ਚਲਾਓ। ਸਿਧਾਂਤ ਉਹੀ ਚੱਲਿਆ, ਵਿਚਾਰ ਉਹੀ ਚੱਲੀ ਹੈ, ਰਸਤਾ ਉਹੀ ਚੱਲਿਆ। ਇਸ ਲਈ ਪਾਤਸ਼ਾਹੀ ਦਸਵੀਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖ ਤੋਂ ਨਿਕਲੇ ਹੋਏ ਇਹ ਵਾਕ, ਤੇ ਗੁਰੂ ਨਾਨਕ ਸਾਹਿਬ ਨੇ ਦੇਖੋ ਗੱਲਾਂ ਸਮਝ ਕੇ ਚੱਲਣੀਆਂ ਨੇ। ਜੇ ਆਪਾਂ ਵਿਚਾਰ ਜਿਹੜੀ ਹੈ ਗੁਰੂ ਸਾਹਿਬ ਕਰਵਾ ਰਹੇ ਨੇ, ਪਹਿਲੀ ਗੱਲ ਤੇ ਇੱਕ ਬੇਨਤੀ ਹੱਥ ਜੋੜ ਕੇ ਕਿ ਜਿੰਨਾ ਤੁਹਾਡੇ ਕੋਲੋਂ ਹੋ ਸਕੇ, ਜਿੰਨੇ ਤੁਸੀਂ ਆਏ ਮੁਬਾਰਕ ਹੈ, ਤੁਹਾਡਾ ਨੇਮ ਹੈ ਨਿਤ ਦਾ, ਪਰ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਕੋਸ਼ਿਸ਼ ਕਰਿਓ ਕਿ ਜੇ ਗੁਰੂ ਘਰ ਵਿੱਚ ਦਰਬਾਰ ਦੇ ਵਿੱਚ ਆ ਕੇ, ਸੰਗਤ ਦੇ ਵਿੱਚ ਆ ਕੇ ਬੈਠ ਸਕਦੇ ਹੋ ਤੇ ਇਸ ਤੋਂ ਵੱਧ ਹੋਰ ਕੋਈ ਵੀ ਜਿਹੜੀ ਹੈ ਉਹ ਬਖਸ਼ਿਸ਼ ਨਹੀਂ। ਮੁਬਾਰਕ ਹੈ ਤੁਹਾਡਾ, ਕਿਉਂਕਿ ਜਿਹੜੇ ਤਾਂ ਦੂਰ ਦੂਰ ਤੱਕ ਹੈ ਉਹਨਾਂ ਦਾ ਤੇ ਮੁਸ਼ਕਲ ਹੈ, ਪਰ ਜਿਹੜੇ ਆਸ-ਪਾਸ ਜਿੱਥੋਂ ਤੱਕ ਪਹੁੰਚ ਬਣ ਸਕਦੀ ਹੈ, ਆ ਸਕਦੇ, ਉਹ ਜ਼ਰੂਰ ਆਇਆ ਕਰੋ। ਸੰਗਤ ਵਿੱਚ ਬੈਠ ਕੇ ਰਸ ਤੇ ਘਰ ਦੇ ਵਿੱਚ ਬੈਠ ਕੇ ਵੀ ਮਿਲਣਾ ਹੈ, ਪਰ ਉਹਦੇ ਨਾਲੋਂ ਕਈ ਗੁਣਾ ਵੱਧ ਸੰਗਤ ਵਿੱਚ ਬੈਠ ਕੇ ਰਸ ਮਿਲਣਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਮੁੱਖ ਵਾਕ ਇੱਥੇ ਆਖਿਆ ਵੀ ਇਹ ਜਿਹੜੇ ਮੁੱਖ ਤੋਂ ਵਾਕ ਨਿਕਲੇ ਨੇ ਇਹ ਸ਼੍ਰੀ ਦੇ ਨੇ। ਸ਼੍ਰੀ ਕੌਣ ਹੈ? ਸ਼੍ਰੋਮਣੀ। ਸ਼੍ਰੋਮਣੀ ਕੌਣ ਹੈ? ਪਰਮੇਸ਼ਵਰ। ਸ਼੍ਰੀ ਦਾ ਅਰਥ ਵੈਸੇ ਅਸੀਂ ਕਰਦੇ ਹਾਂ ਜਿਹੜਾ ਲక్ష్ਮੀ ਦਾ ਪਤੀ ਹੈ, ਜਿਹੜਾ ਮਾਇਆ ਦਾ ਪਤੀ ਹੈ, ਜਿਹਨੂੰ ਮਾਧੋ ਵੀ ਕਿਹਾ, ਗੁਰਬਾਣੀ ਵਿੱਚ ਮਾਧੋ ਆਇਆ। ਇਸੇ ਉਹ ਮਾਧੋ ਦਾ ਅਰਥ ਕੀ ਹੈ? ਜਿਹੜਾ ਇਹ ਤ੍ਰੈ ਗੁਣੀ ਮਾਇਆ ਦਾ ਮਾਲਕ ਹੈ। ਸ਼੍ਰੀ ਮੁੱਖ ਵਾਕ ਦਾ ਅਰਥ ਹੈ ਵੀ ਉਹ ਜਿਹੜਾ ਸ਼੍ਰੀ ਅਕਾਲ ਪੁਰਖ ਪਰਮੇਸ਼ਵਰ ਹੈ ਨਾ, ਸ਼੍ਰੋਮਣੀ, ਉਹਨੇ ਮੁੱਖ ਤੋਂ ਇਹ ਵਾਕ ਜਿਹੜੇ ਆ ਇਹ ਉਚਾਰਨ ਕਰਵਾਏ ਨੇ। ਤੇ ਗੁਰੂ ਨਾਨਕ ਸਾਹਿਬ ਨੇ ਵੀ ਤੇ ਇਹੀ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਗੁਰੂ ਸਾਹਿਬ ਨੇ ਵੀ ਉਹੀ ਕਿਹਾ। ਅਸੀਂ ਕਿਵੇਂ ਕਹਿ ਦਾਂਗੇ ਗੁਰੂ ਨਾਨਕ ਸਾਹਿਬ ਹੋਰ ਤੇ ਗੁਰੂ ਗੋਬਿੰਦ ਸਿੰਘ ਹੋਰ? ਸਾਡੀ ਸੋਚ ਨੇ ਜਾਂ ਕੁਝ ਸ਼ਰਾਰਤੀ ਅਨਸਰ ਜਿਹੜੇ ਨੇ ਉਹਨਾਂ ਨੇ ਸਾਡੇ ਵਿੱਚ ਵੰਡੀ ਪਾ ਦਿੱਤੀ, ਸਾਨੂੰ ਜਿਹੜਾ ਵੱਖਰਾ ਵੱਖਰਾ ਰੂਪ ਬਿਆਨ ਕਰਕੇ ਦੱਸਿਆ। ਔਰ ਸਾਡਾ ਦੁਖਾਂਤ ਹੈ ਕਿ ਕਈ ਸਕੂਲ ਵਿੱਚ ਤਾਂ ਪੜ੍ਹਾਈ ਵੀ ਇਸ ਤਰ੍ਹਾਂ ਦੀ ਪੜ੍ਹਾਈ, ਔਰ ਅਸੀਂ ਉਹਨਾਂ ਨੂੰ ਰੋਕ ਵੀ ਨਾ ਪਾਏ। ਇਹ ਤੇ ਉਦੋਂ ਹੀ ਰੋਕ ਦਿੱਤਾ ਜਾਂਦਾ ਜਦੋਂ ਇਹਦੀ ਛਪਾਈ ਕਿਤਾਬਾਂ ਦੀ ਬੁੱਕ ਛਪਣੀ ਸ਼ੁਰੂ ਹੁੰਦੀ ਹੈ। ਉਹਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਸ ਤਰ੍ਹਾਂ ਦਾ ਰੂਪ ਬਿਆਨ ਕੀਤਾ ਹੈ, ਤੇ ਉਦੋਂ ਹੀ ਉਹਨੂੰ ਰੋਕ ਲਾਉਣੀ ਚਾਹੀਦੀ ਸੀ, ਪਰ ਨਹੀਂ ਲੱਗ ਸਕੀ। ਸਕੂਲਾਂ ਤੱਕ ਪਹੁੰਚ ਗਈ, ਬੱਚਿਆਂ ਤੱਕ, ਕਈਆਂ ਤੱਕ ਪੜ੍ਹਾਈ ਵੀ ਗਈ, ਪਰ ਜਿਹੜਾ ਅਸਲ ਰੂਪ ਸੀ ਉਹ ਉਹਦੇ ਵਿੱਚ ਬਿਆਨ ਨਹੀਂ ਕੀਤਾ ਗਿਆ। ਜੋ ਬਿਆਨ ਨਹੀਂ ਸੀ ਕਰਨਾ ਚਾਹੀਦਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਉਹਦੇ 'ਚ ਬਿਆਨ ਕੀਤਾ, ਤੇ ਅੱਗੋਂ ਫਿਰ ਪੜ੍ਹਨ ਵਾਲੇ ਬੱਚਿਆਂ ਦੇ ਦਿਮਾਗ 'ਚ ਕੀ ਬੈਠੇਗਾ? ਇਹ ਗੱਲਾਂ ਦੀ ਸਾਨੂੰ ਲੋੜ ਹੈ, ਜ਼ਰੂਰਤ ਹੈ ਕਿ ਅਸੀਂ ਇਹਨਾਂ ਵੱਲ ਵੀ ਧਿਆਨ ਦਈਏ। ਖੈਰ, ਜਿਹੜੀ ਗੱਲ ਸੀ ਕਿ ਗੁਰੂ ਸਾਹਿਬ ਕਹਿੰਦੇ ਇਹ ਮਾਲਕ ਦੀ ਬਾਣੀ ਹੈ, ਇਹ ਉਹਨੇ ਮੁਖ ਤੋਂ ਉਚਾਰਨ ਕੀਤੀ ਹੈ, ਜਾਂ ਕਹਿੰਦੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਇਹ ਬਾਣੀ ਧੁਰੋਂ ਆਈ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਜਿਹੜੇ ਮੇਰੇ ਮੁਖ ਤੋਂ ਵਾਕ ਨਿਕਲਣ ਲੱਗੇ ਆ ਨਾ, ਇਹ ਵਾਕ ਮੇਰੇ ਨਹੀਂ ਹੈ, ਇਹ ਸ਼੍ਰੀ ਅਕਾਲ ਪੁਰਖ ਦੇ ਨੇ।
ਜੋ ਇਹ ਸੰਸਾਰ ਦਾ ਮਾਲਕ ਹੈ, ਜੋ ਇਹ ਪੂਰੀ ਦੁਨੀਆ ਦਾ ਮਾਲਕ ਹੈ, ਜੋ ਇਹ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਇਹ ਵਾਕ ਉਹਦੇ ਨੇ। ਮੁਖ ਮੇਰਾ, ਦੇਖੋ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਇਹ ਗੱਲਾਂ ਸਮਝ ਕੇ ਚੱਲਾਂਗੇ ਫਿਰ ਜਾਪ ਸ਼ੁਰੂ ਹੋਣਾ ਹੈ। ਇੱਕ ਦਿਨ ਜ਼ਿਕਰ ਕੀਤਾ ਸੀ ਕਿ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਇੱਕ ਸ਼ਬਦ ਆਉਂਦਾ ਬਾਣੀ, ਇੱਕ ਆਉਂਦਾ ਗੁਰਬਾਣੀ। ਜਿਹੜੀ ਧੁਰੋਂ ਆ ਰਹੀ ਹੈ ਅਕਾਲ ਪੁਰਖ ਦੇ ਘਰ ਵਿੱਚੋਂ, ਉਹ ਹੈ ਬਾਣੀ, ਤੇ ਜਦੋਂ ਮੁੱਖ ਚੋਂ ਨਿਕਲ ਰਹੀ ਹੈ ਉਹ ਹੈ ਗੁਰਬਾਣੀ, ਕਿਉਂਕਿ ਗੁਰੂ ਦੇ ਰਾਹੀਂ ਇਹ ਬਾਣੀ ਸਾਨੂੰ ਮਿਲ ਰਹੀ ਹੈ ਨਾ, ਇਸ ਲਈ ਇਹ ਗੁਰਬਾਣੀ ਹੈ। ਤੋ ਗੁਰੂ ਸਾਹਿਬ ਜੀ ਨੇ ਆਰੰਭ ਵਿੱਚ ਆਖਿਆ ਜਾਪ, ਜਿਹੜਾ ਬਾਣੀ ਦਾ ਨਾਮ ਹੈ। ਜਾਪ ਆਪ ਜੀ ਸਮਝ ਗਏ ਕਿ ਪਹਿਲਾਂ ਜਪ ਮਨ ਨੂੰ ਸ਼ਾਂਤ ਕਰਨ ਵਾਸਤੇ ਹੈ, ਜਦੋਂ ਮਨ ਸ਼ਾਂਤ ਹੋਏਗਾ ਤੇ ਅੱਗੇ ਜਾਪ, ਫਿਰ ਟਿਕੇ ਹੋਏ ਮਨ ਵਿੱਚ ਜਾਪ ਚੱਲੇਗਾ। ਇਹ ਬਾਣੀ ਦਾ ਨਾਮ ਰੱਖ ਦਿੱਤਾ ਜਾਪ। ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਮੁਖ ਵਾਕ ਗੁਰੂ ਕਲਗੀਧਰ ਪਾਤਸ਼ਾਹ ਦਸਵੇਂ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਹੋਏ ਨੇ। ਛਪੈ ਛੰਦ, ਇਹ ਛੰਦ ਰੂਪ ਵਿੱਚ ਹੈ, ਔਰ ਇਹਦਾ ਨਾਮ ਛੰਦ ਦਾ ਹੈ ਛਪੈ। ਔਰ ਇਸ ਛਪੈ ਛੰਦ ਦੇ ਵਿੱਚ ਤੁਸੀਂ ਜਦੋਂ ਹੁਣ ਪਾਠ ਕਰੋਗੇ ਤਾਂ ਵੇਖਿਓ 6 ਪੰਕਤੀਆਂ ਨੇ। ਜਦੋਂ ਆਪਾਂ ਪਾਠ ਕਰਾਂਗੇ ਤੇ ਇਹ ਜਿਹੜਾ ਛੰਦ ਹੈ, ਇਸ ਛੰਦ ਵਿੱਚ 6 ਪੰਕਤੀਆਂ ਆਉਂਦੀਆਂ ਨੇ। ਇਸ ਜਿਹੜੀ ਛੰਦ ਦੀ ਚਾਲ ਹੈ ਉਹਦਾ ਨਾਮ ਹੈ ਛਪੈ ਛੰਦ। ਤੇ ਜਦੋਂ ਸਤਿਗੁਰੂ ਉਚਾਰਨ ਕਰਨ ਲੱਗੇ ਫਿਰ ਆਖਿਆ ਤਵ ਪ੍ਰਸਾਦ। ਤਵ ਹਲਕਾ ਜਾਂ ਵਾਵੇ ਦੀ ਆਵਾਜ਼ ਦੇਣੀ ਹੈ, ਭਰਵੀਂ ਵੀ ਨਹੀਂ ਦੇਣੀ, ਕਿਉਂਕਿ ਵਾਵਾ ਪੈਰ ਵਿੱਚ ਲੱਗਾ, ਪੂਰਾ ਵਾਵਾ ਨਹੀਂ ਹੈ, ਇਹਨੂੰ ਅੱਧਾ ਵਾਵਾ ਕਹਿੰਦੇ ਨੇ। ਅੱਧਾ ਹਲਕੀ ਆਵਾਜ਼ ਦੇ ਵਿੱਚ, ਭਾਰ ਦੇ ਕੇ ਜ਼ੋਰ ਦੇ ਕੇ ਨਹੀਂ। ਉਹ ਉਦੋਂ ਹੁੰਦਾ ਜੇ ਪੂਰਾ ਵਾਵਾ ਨਾਲ ਲੱਗਾ ਹੁੰਦਾ ਤਾਂ। ਇਹ ਕਹਿ ਰਹੇ ਨੇ ਵੀ ਜੋ ਵੀ ਮੁਖ ਤੋਂ ਵਾਕ ਨਿਕਲਣ ਲੱਗੇ ਨੇ, ਜੋ ਵੀ ਉਸਤਤ ਅਕਾਲ ਪੁਰਖ ਦੀ ਹੋਣ ਲੱਗੀ ਹੈ, ਜਿਹੜਾ ਵੀ ਜਾਪ ਹੁਣ ਚੱਲਣ ਲੱਗਾ ਹੈ, ਇਹ ਉਹਦੀ ਕਿਰਪਾ ਦੇ ਨਾਲ ਹੈ। ਪਹਿਲਾਂ ਆਖਿਆ ਸੀ ਇੱਕ ਅਕਾਲ ਪੁਰਖ ਦੀ ਜਿਹੜੀ ਪ੍ਰਾਪਤੀ ਹੈ ਉਹ ਸਤ ਗੁਰ ਦੇ ਦੁਆਰਾ ਹੈ। ਹੁਣ ਜਿਹੜੇ ਇਹ ਬੋਲ ਅੱਗੋਂ ਤੁਹਾਡੇ ਤੱਕ ਪਹੁੰਚਣ ਲੱਗੇ ਨੇ, ਇਹ ਉਸ ਮਾਲਕ ਦੀ ਤੇਰੀ ਕਿਰਪਾ ਦੇ ਸਦਕਾ ਹੈ। ਅਕਾਲ ਪੁਰਖ ਉਹਨਾਂ ਨੂੰ ਕਹਿ ਰਹੇ ਆ ਵੀ ਤੁਹਾਡੀ ਕਿਰਪਾ। ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਜੀ ਨੂੰ ਕਹਿ ਰਹੇ ਨੇ ਕਿ ਤੁਹਾਡੀ ਕਿਰਪਾ ਦੇ ਦੁਆਰਾ, ਤੁਹਾਡੀ ਰਹਿਮਤ ਦੇ ਦੁਆਰਾ, ਤੁਹਾਡੇ ਸਦਕੇ ਹੀ ਇਹ ਮੁੱਖ ਵਾਕ ਜਿਹੜੇ ਆ, ਮੁੱਖ ਤੋਂ ਵਾਕ ਉਚਾਰਨ ਹੋਣ ਲੱਗਾ ਹੈ। ਇੱਥੇ ਫਿਰ ਹੁਣ ਆਰੰਭ ਹੁੰਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪਛਾਣ ਕਰਾਉਣ ਲੱਗੇ ਨੇ ਕਿ ਜਿਹਨੂੰ ਅਸੀਂ ਤਸਵੀਰ ਦੇ ਰਾਹੀਂ, ਕਿਸੇ ਸ਼ਕਲ ਸੂਰਤ ਰਾਹੀਂ ਨਹੀਂ ਪਛਾਣਨਾ, ਜਿਹਨੂੰ ਅਸੀਂ ਅਨੁਭਵ ਕਰਕੇ, ਮਹਿਸੂਸ ਕਰਕੇ ਪਛਾਣਨਾ ਹੈ। ਕਿਉਂਕਿ ਅਕਾਲ ਪੁਰਖ ਦੀ ਕੋਈ ਤਸਵੀਰ ਨਹੀਂ ਹੈ ਤੇ ਨਾ ਕੋਈ ਬਣਾ ਸਕਦਾ ਹੈ। ਉਹਦੀ ਕੋਈ ਮੂਰਤ ਨਹੀਂ ਬਣਾ ਸਕਦਾ, ਨਾ ਉਹਦੀ ਤਸਵੀਰ ਕੋਈ ਬਣਾ ਸਕਦਾ ਹੈ। ਹਾਂ, ਆਪਣੇ ਆਪਣੇ ਅੰਦਾਜ਼ਾ ਲਾ ਕੇ ਕਹਿ ਦਾਂਗੇ ਉਹਦੀਆਂ ਅੱਖਾਂ ਇਦਾਂ ਦੀਆਂ ਨੇ, ਮੇਰਾ ਸੁੰਦਰ ਸੁਆਮੀ ਜੀ, ਉਹ ਮੇਰਾ ਸੁਆਮੀ ਬੜਾ ਸੁੰਦਰ ਹੈ, ਉਹਦੇ ਨੈਣ ਇਸ ਤਰ੍ਹਾਂ ਦੇ ਨੇ, ਉਹਦਾ ਚਿਹਰਾ ਇਸ ਤਰ੍ਹਾਂ ਦਾ ਹੈ, ਉਹਦਾ ਰੂਪ ਇਸ ਤਰ੍ਹਾਂ ਦਾ। ਉਹ ਸਾਡਾ ਅੰਦਾਜ਼ਾ ਹੈ ਵੀ ਇਸ ਤਰ੍ਹਾਂ ਹੋ ਸਕਦਾ ਹੈ, ਪਰ ਅਸਲੀਅਤ ਵਿੱਚ ਉਹ ਕਿੱਦਾਂ ਦਾ ਹੈ ਉਹ ਕੋਈ ਵੀ ਨਹੀਂ ਜਾਣਦਾ। ਇਸ ਲਈ ਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ। ਮਹਾਰਾਜ ਕਹਿੰਦੇ ਚੱਕਰ ਚਹਿਨ ਅਰ ਬਰਨ, ਜਾਤ ਅਰ ਪਾਤ ਨਹਨ ਜਹੈ। ਜਹੈ ਜਿਸ ਦਾ, ਜਹ ਦਾ ਅਰਥ ਹੈ ਜਿਸ ਦਾ, ਕਿਹਦਾ? ਇੱਕ ਓੰਕਾਰ, ਇੱਕ ਅਕਾਲ ਪੁਰਖ। ਇੱਕ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ ਜਿਹਦਾ ਚੱਕਰ ਚਿਹਨ ਅਰ ਬਰਨ। ਚੱਕਰ ਕਹਿੰਦੇ ਆ, ਜਿਵੇਂ ਤੁਸੀਂ ਵੇਖੋ ਆਮ ਤੌਰ ਤੇ ਅੱਜ ਤਾਂ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਫਿੰਗਰ ਪ੍ਰਿੰਟਸ ਜਿਹੜੇ ਆ ਉਹ ਲਏ ਜਾਂਦੇ ਨੇ। ਤੇ ਜਦੋਂ ਤੁਸੀਂ ਆਪਣਾ ਅੰਗੂਠਾ ਲਾਉਂਦੇ ਹੋ ਨਾ ਸਟੈਂਪ ਦੀ ਜਗ੍ਹਾ ਤੇ ਦੇਖੋ ਉਹਦੇ ਵਿੱਚ ਤੁਹਾਨੂੰ ਨਿਸ਼ਾਨ ਨਜ਼ਰ ਆਉਣਗੇ। ਉਹਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਨਿਸ਼ਾਨ ਜਿਹੜੇ ਆ ਉਹ ਚੱਕਰ ਦੇ ਰੂਪ ਵਿੱਚ ਨਜ਼ਰ ਆਣ। ਔਰ ਹੈਰਾਨੀ ਵਾਲੀ ਗੱਲ ਹੈ
ਇਹ ਕਿਸੇ ਦਾ ਵੀ ਨਿਸ਼ਾਨ ਕਿਸੇ ਨਾਲ ਨਹੀਂ ਮਿਲਦਾ। ਕਿੰਨੀ ਦੁਨੀਆ ਅੱਜ ਦੁਨੀਆ ਦੀ ਗਿਣਤੀ ਕਿੱਥੇ ਤੱਕ ਪਹੁੰਚ ਗਈ ਹੈ? ਅਰਬਾਂ ਤੱਕ ਦੁਨੀਆ ਜਿਹੜੀ ਹੈ ਉਹ ਪਹੁੰਚ ਗਈ ਹੈ, ਪਰ ਅੱਜ ਵੀ ਕਿਸੇ ਦਾ ਫਿੰਗਰਪ੍ਰਿੰਟ ਜਿਹੜਾ ਉਹ ਕਿਸੇ ਦੂਜੇ ਨਾਲ ਮੈਚ ਨਹੀਂ ਕਰਦਾ। ਕੈਸੇ ਕਮਾਲ ਦੀ ਬਣਤਰ ਉਸ ਮਾਲਕ ਨੇ ਸਾਡੇ ਇਹ, ਹਾਲਾਂਕਿ ਹੱਥ ਦੀ ਰੇਖਾ ਜਿਹੜੀ ਆ ਉਹ ਵੱਖਰੀ ਗੱਲ ਹੈ, ਉਹ ਅੱਗੇ ਰੇਖ ਆਏਗਾ। ਇਹ ਤਾਂ ਸਿਰਫ ਹਜੇ ਜਿਹੜਾ ਇਸ ਹੱਥ ਦੀ ਜਿਹੜੀ ਚਮੜੀ ਹੈ ਉਹਦੇ ਉੱਤੇ ਜਿਹੜੀਆਂ ਬਰੀਕ ਬਰੀਕ ਜਿਹੜੀਆਂ ਲਾਈਨਾਂ ਵਾਹੀਆਂ ਗਈਆਂ ਨੇ, ਤੁਸੀਂ ਆਪਣਾ ਅੰਗੂਠਾ ਹੀ ਵੇਖ ਲਓ। ਜਦੋਂ ਆਪਾਂ ਕਿਤੇ ਅੰਗੂਠਾ ਆਪਾਂ ਲਾਉਂਦੇ ਹਾਂ ਜਾਂ ਕੋਈ ਆਧਾਰ ਕਾਰਡ ਅਸੀਂ ਬਣਾਉਂਦੇ ਹਾਂ ਤੇ ਉੱਥੇ ਉਹ ਵਰਤਿਆ ਜਾਂਦਾ ਹੈ ਤੇ ਉਹ ਨਿਸ਼ਾਨ ਬਣ ਜਾਂਦਾ, ਉਹ ਬਣਾਉਣ ਵਾਲਾ ਕੌਣ ਹੈ? ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ ਵੀ ਆਪਾਂ ਜਣੇ ਖਣੇ ਨੂੰ ਹੱਥ ਦਿਖਾਉਣ ਲੱਗ ਜਾਂਦੇ ਹਾਂ ਵੀ ਮੇਰਾ ਹੱਥ ਵੇਖ ਕੇ ਦੱਸਿਓ ਤਾਂ ਮੇਰੇ ਹੱਥ ਦੇ ਵਿੱਚ ਕੀ ਲਿਖਿਆ, ਰੇਖਾਵਾਂ ਕੀ ਕਹਿੰਦੀਆਂ ਨੇ, ਪਰ ਜਿਹਨੂੰ ਦਿਖਾ ਰਹੇ ਹੋ ਕਿ ਉਹਨੇ ਬਣਾਈਆਂ ਤੁਹਾਡੀਆਂ। ਜਿਹਨੂੰ ਅਸੀਂ ਜਣੇ ਖਣੇ ਨੂੰ ਹੱਥ ਦਿਖਾ ਰਹੇ ਹਾਂ ਕਿ ਉਹਨੇ ਸਾਡੇ ਹੱਥ ਦੀਆਂ ਲਕੀਰਾਂ ਉਹਨੇ ਬਣਾਈਆਂ ਨੇ, ਉਹਨੇ ਤੇ ਆਪਣੇ ਹੱਥ ਦੀਆਂ ਨਹੀਂ ਬਣਾਈਆਂ। ਬਣਾਉਣ ਵਾਲਾ ਤੇ ਇੱਕ ਅਕਾਲ ਪੁਰਖ ਸੀ, ਜਿਹਨੇ ਬਣਾਇਆ ਸੀ ਉਹਦੇ ਅੱਗੇ ਹੱਥ ਜੋੜਨੇ ਸੀ, ਪਰ ਜਿਹਨੇ ਬਣਾਇਆ ਉਹਦੇ ਹੱਥ ਅੱਗੇ ਜੋੜਨ ਦੀ ਬਜਾਏ ਅਸੀਂ ਬੰਦੇ ਅੱਗੇ ਹੱਥ ਦਿਖਾਉਂਦੇ ਫਿਰਦੇ ਹਾਂ। ਇਹ ਸਾਡਾ ਦੁਖਾਂਤ ਹੈ, ਇਹ ਸਾਡੀ ਨਾ ਸਮਝੀ ਹੈ, ਸਮਝ ਨਹੀਂ ਹੈ ਸਾਨੂੰ। ਕਹਿ ਲੱਗੇ ਜਿਹਨੇ ਤੁਹਾਡੇ ਇਹਨਾਂ ਹੱਥਾਂ ਦੀ ਉਂਗਲਾਂ ਤੇ ਜਿਹੜੇ ਚੱਕਰ ਬਣਾਏ ਨੇ ਉਹਦਾ ਆਪਣਾ ਕੋਈ ਐਸਾ ਚੱਕਰ ਨਹੀਂ ਹੈ, ਉਹਦਾ ਕੋਈ ਆਪਣਾ ਐਸਾ ਚੱਕਰ ਨਹੀਂ ਹੈ। ਇਸ ਲਈ ਚਿਹਨ ਦਾ ਅਰਥ ਹੁੰਦਾ ਜਿਹੜੇ ਨਿਸ਼ਾਨ ਹੁੰਦੇ ਨੇ, ਉਹਦਾ ਕੋਈ ਐਸਾ ਨਿਸ਼ਾਨ ਨਹੀਂ ਹੈ। ਇਹ ਸਾਰੇ ਨਿਸ਼ਾਨ ਉਹਦੇ ਹੀ ਨੇ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਜਿਹੜੀਆਂ ਉਹਨੇ ਦਾਤਾਂ ਦਿੱਤੀਆਂ ਨੇ ਉਹਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੂੰ ਵੇਖ ਕੇ ਹੀ ਉਹਦੇ ਗੁਣ ਗਾਉਂਦੇ ਆ। ਜਿਹੜੀਆਂ ਨਿਸ਼ਾਨੀਆਂ ਨੇ, ਨਿਸ਼ਾਨ ਨੇ ਉਹਦੀਆਂ ਦਾਤਾਂ ਦਿੱਤੀਆਂ ਹੋਈਆਂ ਦੇ, ਉਹਨੂੰ ਵੇਖ ਕੇ ਹੀ ਗੁਣ ਗਾਉਂਦੇ ਆ। ਪਰ ਜਿਹਨੇ ਸਾਨੂੰ ਦਾਤਾਂ ਦੇ ਕੇ ਉਹਦੇ ਇੱਕ ਨਿਸ਼ਾਨ ਬਣਾਏ, ਉਹਦਾ ਆਪਣਾ ਕੋਈ ਨਿਸ਼ਾਨ ਨਹੀਂ ਹੈ, ਉਹਦਾ ਕੋਈ ਚੱਕਰ ਨਹੀਂ ਹੈ, ਉਹਦਾ ਕੋਈ ਆਪਣਾ ਨਿਸ਼ਾਨ ਨਹੀਂ ਹੈ। ਔਰ ਵਰਨ ਕਹਿੰਦੇ ਰੰਗ ਨੂੰ, ਉਹਦਾ ਆਪਣਾ ਕੋਈ ਰੰਗ ਨਹੀਂ। ਸਭੇ ਰੰਗ ਨਾਰਾਇਣ ਹੈ, ਸਾਰੇ ਰੰਗ ਉਸ ਨਾਰਾਇਣ ਅਕਾਲ ਪੁਰਖ ਦੇ ਨੇ, ਪਰ ਉਹਦਾ ਆਪਣਾ ਕੋਈ ਰੰਗ ਨਹੀਂ ਹੈ। ਉਹ ਸਾਰੇ ਹੀ ਰੰਗਾਂ ਤੋਂ ਰਹਿਤ ਹੈ। ਜਿਹਦੇ ਨਾਲ ਅਸੀਂ ਜੁੜਨਾ ਹੈ, ਪਰ ਕਿਵੇਂ ਜੁੜਨਾ ਹੈ? ਮਹਾਰਾਜ ਕਹਿੰਦੇ ਪਹਿਲਾਂ ਤੇ ਇਹੀ ਸਮਝ ਲਓ, ਤੁਹਾਨੂੰ ਚੱਕਰ ਵੀ ਬਣਾ ਕੇ ਵਿਖਾਏ, ਤੁਹਾਨੂੰ ਨਿਸ਼ਾਨ ਵੀ ਬਣਾ ਕੇ ਵਿਖਾਏ, ਤੁਹਾਨੂੰ ਰੰਗ ਵੀ ਬਣਾ ਕੇ ਵਿਖਾ ਦਿੱਤਾ, ਅਸੀਂ ਉਸੇ ਹੀ ਚੱਕਰ ਵੀ ਉਹ ਵਿੱਚ ਫਸ ਗਏ। ਪਰ ਜਦ ਕਿ ਅਕਾਲ ਪੁਰਖ ਦਾ ਆਪਣਾ ਕੋਈ ਚੱਕਰ ਹੀ ਨਹੀਂ, ਉਹਦਾ ਕੋਈ ਆਪਣਾ ਨਿਸ਼ਾਨ ਹੀ ਨਹੀਂ, ਉਹਦਾ ਕੋਈ ਆਪਣਾ ਵੱਖਰਾ ਰੂਪ ਰੰਗ ਹੀ ਨਹੀਂ ਹੈ। ਫਿਰ ਅਸੀਂ ਕਿਵੇਂ ਇਹ ਜੁੜ ਗਏ? ਕਿਉਂਕਿ ਸਾਨੂੰ ਉਹ ਜਾਲ ਵਿੱਚ ਫਸਾ ਦਿੱਤਾ। ਅਸੀਂ ਜਿਵੇਂ ਸਾਨੂੰ ਚੱਕਰ ਵੀ ਉਹ ਬਣਾ ਕੇ ਦਿੱਤਾ, ਅਸੀਂ ਉਹਦੇ ਵਿੱਚ ਚਲੇ ਗਏ। ਔਰ ਜੋ ਸਾਡੇ ਦਿਮਾਗ ਵਿੱਚ ਗੱਲ ਬਿਠਾ ਦਿੱਤੀ, ਅਸੀਂ ਉਹੀ ਲੈ ਕੇ ਚੱਲਦੇ ਹਾਂ। ਪਰ ਜਦੋਂ ਭਗਤ ਜਨ ਜਿਨ੍ਹਾਂ ਨੂੰ ਭਗਤੀ ਦਾ ਜਾਗ ਲੱਗਾ, ਉਹਨਾਂ ਨੇ ਫਿਰ ਉਹਨਾਂ ਦਾ ਬਾਈਕਾਟ ਕੀਤਾ। ਉਹਨਾਂ ਆਖਿਆ ਨਹੀਂ, ਸਾਨੂੰ ਇਹ ਤੁਹਾਡੀਆਂ ਗੱਲਾਂ ਮਨਜ਼ੂਰ ਨਹੀਂ, ਕਿਉਂਕਿ ਅਸੀਂ ਜਿਸ ਰੱਬ ਨੂੰ ਮਹਿਸੂਸ ਕਰਦੇ ਹਾਂ ਉਹ ਤੁਹਾਡਾ ਬਣਾਇਆ ਰੱਬ ਤੇ ਉਹਦੇ ਬਰਾਬਰ ਹੀ ਕਰ ਹੀ ਨਹੀਂ ਸਕਦਾ। ਕਬੀਰ ਜੀ ਨੇ ਕਿਹਾ, ਕਬੀਰ ਸਾਹਿਬ ਕਹਿੰਦੇ ਜਿਹੜਾ ਤੁਸੀਂ ਰੱਬ ਦਿਖਾਉਂਦੇ ਹੋ ਇਹ ਉਹ ਰੱਬ ਨਹੀਂ ਹੈ, ਜਿਹੜਾ ਰੱਬ ਅਸੀਂ ਮਹਿਸੂਸ ਕਰਦੇ ਹਾਂ ਉਹ ਤੇ ਇਦਾਂ ਦਿਖਾਇਆ ਹੀ ਨਹੀਂ ਜਾ ਸਕਦਾ। ਨਾਮਦੇਵ ਜੀ ਨੇ ਵੀ ਕਿਹਾ, ਨਾਮਦੇਵ ਜੀ ਨੇ ਤੇ ਬੜੀ ਗਹਿਰੀ ਚੋਟ ਦੇ ਦਿੱਤੀ। ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ। ਕਹਿਣ ਲੱਗੇ ਉਹ ਮੂਰਖੋ, ਤੁਸੀਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ। ਕਿਹੜੇ ਰੱਬ ਦੀਆਂ ਗੱਲਾਂ ਕਰਦੇ ਹੋ? ਉਹਨੂੰ ਤੇ ਅਨੁਭਵ ਕਰਨਾ ਹੈ, ਤੁਸੀਂ ਉਹਨੂੰ ਦਿਖਾ ਰਹੇ ਹੋ, ਪਰ ਉਹ ਇਦਾਂ ਦਿਖਾਇਆ ਹੀ ਨਹੀਂ ਜਾ ਸਕਦਾ, ਉਹ ਇਸ ਤਰ੍ਹਾਂ ਦਿਖਾਇਆ ਹੀ ਨਹੀਂ ਜਾ ਸਕਦਾ। ਰਵਿਦਾਸ ਜੀ ਨੂੰ ਸਮਝ ਆ ਗਈ, ਨਾਮਦੇਵ ਜੀ ਨੂੰ ਆ ਗਈ, ਧੰਨਾ ਜੀ ਨੂੰ ਆ ਗਈ। ਅੱਜ ਵੀ ਅਸੀਂ ਧੰਨਾ ਜੀ ਨੂੰ ਪੱਥਰ ਨਾਲ ਹੀ ਜੋੜੀ ਜਾਂਦੇ ਹਾਂ, ਕਿਉਂਕਿ ਸਾਡੇ ਦਿਮਾਗ ਵਿੱਚ ਉਹ ਕਹਾਣੀ ਫਿੱਟ ਕਰ ਦਿੱਤੀ ਗਈ ਨਾ। ਪਰ ਉਹ ਜਿਹੜੀ ਗੱਲ ਸਾਨੂੰ ਗੁਰਬਾਣੀ ਵਿੱਚ ਦੱਸੀ ਵੀ ਧੰਨਾ ਜੀ ਨੂੰ ਜਾਗ ਕਿਵੇਂ ਲੱਗ ਗਿਆ, ਜਦੋਂ ਉਹਨਾਂ ਨੇ ਭਗਤਾਂ ਦਾ ਜੀਵਨ ਸੁਣਿਆ।
ਜਦੋਂ ਉਹਨਾਂ ਨੇ ਭਗਤਾਂ ਦੇ ਜੀਵਨ ਨੂੰ ਪੜ੍ਹਿਆ ਸੁਣਿਆ, ਇਹ ਬਿਧ ਸੁਣ ਕੇ ਜਾਠਰੋ ਉੱਠ ਭਗਤੀ ਲਾਗਾ। ਇਹ ਸੁਣ ਆ ਜਿਹੜੀਆਂ ਵਿਚਾਰਾਂ ਸੀ ਭਗਤਾਂ ਦੀਆਂ ਸੁਣ ਕੇ ਤਾਂ ਉਹ ਉੱਠ ਕੇ ਭਗਤੀ ਵੱਲ ਲੱਗਾ। ਅਸੀਂ ਆਖਿਆ ਨਹੀਂ, ਉਹ ਪੱਥਰ ਵਿੱਚੋਂ ਰੱਬ ਪਾਇਆ। ਪਰ ਜਿਨ੍ਹਾਂ ਦੇ ਦਿਮਾਗ ਵਿੱਚ ਉਹ ਕਹਾਣੀ ਫਿੱਟ ਹੋ ਗਈ, ਉਹ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਨਹੀਂ, ਅਸੀਂ ਤੇ ਪੱਥਰ ਵਿੱਚੋਂ ਹੀ ਰੱਬ ਪਵਾਉਣਾ ਹੈ। ਪਰ ਗੁਰਬਾਣੀ ਦੇ ਵਿੱਚ ਜੋ ਭਗਤ ਜਨ, ਚਲੋ ਆਪਾਂ ਕਿਸੇ ਦੀ ਨਾ ਮੰਨੀਏ, ਜਿਹੜੇ ਭਗਤ ਜਨ ਆਪ ਬੋਲ ਰਹੇ ਨੇ ਗੁਰਬਾਣੀ ਵਿੱਚ, ਉਹਨਾਂ ਦੀ ਤੇ ਆਪਾਂ ਮੰਨ ਲਈਏ। ਉਹਨਾਂ ਆਖਿਆ ਨਹੀਂ, ਜੋ ਤੁਸੀਂ ਸਾਨੂੰ ਰੱਬ ਬਣਾ ਕੇ ਦਿਖਾ ਰਹੇ ਹੋ, ਅਸੀਂ ਇਹਦਾ ਬਾਈਕਾਟ ਕਰਦੇ ਹਾਂ, ਅਸੀਂ ਨਹੀਂ ਮੰਨਦੇ, ਕਿਉਂਕਿ ਉਹ ਜਿਹੜਾ ਅਸਲ ਵਿੱਚ ਰੱਬ ਹੈ ਉਹਦਾ ਤੇ ਕੋਈ ਰੰਗ ਹੀ ਨਹੀਂ ਹੈ, ਉਹਦਾ ਤੇ ਕੋਈ ਨਿਸ਼ਾਨ ਹੀ ਨਹੀਂ ਹੈ, ਉਹਦਾ ਤੇ ਕੋਈ ਚੱਕਰ ਹੀ ਨਹੀਂ ਹੈ। ਇਸ ਲਈ ਜਦੋਂ ਆਪਾਂ ਪੜ੍ਹਨਾ ਇੰਨੇ ਪਿਆਰ ਵਿੱਚ ਭੇਜੀ ਕਿ ਇਹ ਅਸਲ ਵਿੱਚ ਫਿਰ ਬਾਰ-ਬਾਰ ਬੇਨਤੀ ਕਰ ਰਹੇ ਹਾਂ, ਇਹ ਜਾਪ ਤਾਂ ਚੱਲਣਾ ਜੇ ਮਨ ਸ਼ਾਂਤ ਹੋਏਗਾ। ਤੇ ਮਨ ਨੂੰ ਸ਼ਾਂਤ ਕਰਨ ਲਈ ਪਹਿਲਾਂ ਜਪ ਦੀ ਬਾਣੀ ਦਿੱਤੀ ਹੈ ਕਿ ਮਨ ਸ਼ਾਂਤ ਕਰੋ ਆਪਣਾ। ਜਦੋਂ ਤੁਹਾਡਾ ਮਨ ਸ਼ਾਂਤ ਹੋਏਗਾ, ਜਾਪ ਆਪਣੇ ਆਪ ਚੱਲੇਗਾ, ਆਪਣੇ ਆਪ। ਫਿਰ ਉਹਦੇ ਵਿੱਚੋਂ ਰਸ ਵੀ ਆਪਣੇ ਆਪ ਜਿਹੜਾ ਉਹ ਬਣ ਜਾਏਗਾ। ਪਹਿਲੇ ਚੱਲਣਾ ਹੀ ਔਖਾ ਨਾ, ਬੱਚੇ ਦਾ ਪੈਰ ਜ਼ਮੀਨ ਤੇ ਰੱਖਣਾ ਹੀ ਔਖਾ ਹੁੰਦਾ ਹੈ। ਜਦੋਂ ਉਹ ਰੱਖਣਾ ਤੁਰ ਤੇ ਫਿਰ ਭੱਜਿਆ ਫਿਰਦਾ ਹੈ। ਪਹਿਲ ਔਖਾ ਹੁੰਦਾ ਨਾ, ਬੱਚਾ ਪੈਰ ਨਹੀਂ ਰੱਖਦਾ ਜ਼ਮੀਨ ਤੇ, ਡਿੱਗ ਜਾਂਦਾ ਹੈ, ਫਿਰ ਉੱਠਦਾ, ਫਿਰ ਡਿੱਗ ਜਾਂਦਾ ਹੈ। ਬਸ ਅਸੀਂ ਵੀ ਇਸੇ ਤਰ੍ਹਾਂ ਜਪ ਦੀ ਬਾਣੀ ਦੇ ਵਿੱਚ ਇੱਕ ਇੱਕ ਪੌੜੀ ਨੂੰ ਜਿਹੜਾ ਚੜ੍ਹ ਕੇ ਉਸ ਮੰਜ਼ਿਲ ਤੇ ਪਹੁੰਚਣਾ ਜਿੱਥੇ ਮਨ ਬਿਲਕੁਲ ਸ਼ਾਂਤ। ਫਿਰ ਆਪਣੇ ਆਪ ਹੀ ਜਾਪ ਚੱਲੇਗਾ, ਫਿਰ ਚਲਾਉਣ ਦੀ ਲੋੜ ਨਹੀਂ। ਸਭ ਕਹਿੰਦੇ ਚੱਕਰ ਚਹਿਨ ਅਰ ਬਰਨ, ਜਾਤ ਅਰ ਪਾਤ ਨਹਨ ਜਹ। ਜਿਸ ਅਕਾਲ ਪੁਰਖ ਨਾਲ ਤੁਸੀਂ ਜੁੜਨਾ ਹੈ ਨਾ, ਉਸ ਅਕਾਲ ਪੁਰਖ ਦਾ ਕੋਈ ਉਹਦੀ ਜਾਤ ਵੀ ਨਹੀਂ ਹੈ ਤੇ ਕੋਈ ਉਹਦੀ ਪਾਤ ਵੀ ਨਹੀਂ ਹੈ। ਜਾਤ 4 ਵਰਨਾਂ ਵਿੱਚ ਵੰਡਿਆ ਗਿਆ ਨਾ ਸਾਨੂੰ, ਤੇ ਪਾਤ ਦਾ ਅਰਥ ਹੁੰਦਾ ਕੁੱਲ, ਬਰਾਦਰੀ। ਕਿੰਨੀਆਂ ਬਰਾਦਰੀਆਂ ਨੇ, ਤੇ ਸਾਨੂੰ ਇੱਕ ਹੀ ਮਨੁੱਖ ਨੂੰ ਕਿੰਨੇ ਹਿੱਸੇ 'ਚ ਵੰਡ ਦਿੱਤਾ ਗਿਆ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਅੱਗੋਂ ਜਿੰਨੀਆਂ ਬਰਾਦਰੀਆਂ ਨੇ ਕਿੰਨੀਆਂ ਨੇ। ਅਸੀਂ ਆਪਣੀ ਆਪਣੀ ਬਰਾਦਰੀ 'ਚ ਵੰਡੇ ਗਏ। ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ ਕਿ ਹੱਥ ਜੋੜ ਕੇ ਬੇਨਤੀ ਹੈ, ਗੁਰੂ ਘਰ ਬਰਾਦਰੀ ਦੇ ਨਾਮ ਤੇ ਨਾ ਬਣਾਓ। ਗੁਰੂ ਘਰ ਨੂੰ ਆਪਣੀਆਂ ਆਪਣੀਆਂ ਬਰਾਦਰੀਆਂ ਵਿੱਚ ਨਾ ਵੰਡੋ, ਕਿਉਂਕਿ ਗੁਰੂ ਇਮਾਰਤ ਵੰਡ ਲਓਗੇ, ਗੁਰੂ ਗ੍ਰੰਥ ਸਾਹਿਬ ਨਹੀਂ ਵੰਡ ਸਕੋਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਵੰਡ ਸਕੋਗੇ। ਉੱਥੇ ਕਿਹੜੀ ਕਿਹੜੀ ਬਰਾਦਰੀ ਦੀ ਬਾਣੀ ਲੈ ਕੇ ਬੈਠੋਗੇ? ਇਮਾਰਤਾਂ ਤੇ ਵੰਡ ਲਈਆਂ ਆਪਾਂ। ਇਸ ਲਈ ਸਤਿਗੁਰੂ ਜੀ ਕਹਿੰਦੇ ਉਹਦੀ ਕੋਈ ਜਾਤ ਨਹੀਂ ਹੈ, ਉਹਦੀ ਕੋਈ ਕੁੱਲ ਨਹੀਂ ਹੈ, ਉਹਦੀ ਕੋਈ ਆਪਣੀ ਕੋਈ ਖਾਸ ਬਰਾਦਰੀ ਨਹੀਂ ਹੈ। ਇਹ ਤਾਂ ਇੱਕ ਸਾਡੇ ਦਿਮਾਗ ਦੀ ਉਪਜ ਨੇ 4 ਹਿੱਸਿਆਂ ਵਿੱਚ ਵੰਡ ਦਿੱਤਾ, ਖੱਤਰੀ, ਬ੍ਰਾਹਮਣ, ਸ਼ੂਦ, ਵੈ। ਅੱਜ ਵੀ ਜਦੋਂ ਸਾਡਾ ਲੇਖਾ ਹੋਣਾ ਉਹਦੇ ਕਚਹਿਰੀ ਦੇ ਵਿੱਚ, ਤੇ ਉੱਥੇ ਜਾਤ ਨਹੀਂ ਪੁੱਛੀ ਜਾਣੀ, ਕੁੱਲ ਨਹੀਂ ਦੇਖੀ ਜਾਣੀ, ਬਰਾਦਰੀ ਨਹੀਂ ਦੇਖੀ ਜਾਣੀ, ਤੂੰ ਕਿਹੜੀ ਬਰਾਦਰੀ ਨਾਲ ਜੁੜਿਆ ਹੋਇਆ। ਇਹੀ ਆਪਾਂ ਵਿਚਾਰ ਕੇ ਆਏ ਆ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਬਸ ਚੰਗਿਆਈਆਂ ਤੇ ਬੁਰਿਆਈਆਂ, ਜੋ ਤੇਰੇ ਦਿਮਾਗ ਵਿੱਚ ਚੰਗਿਆਈਆਂ ਤੇ ਬੁਰਿਆਈਆਂ ਨੇ, ਉਹੀ ਦੇਖੀਆਂ ਜਾਣੀਆਂ, ਤੇਰੀ ਸ਼ਕਲ ਸੂਰਤ ਨਹੀਂ ਦੇਖੀ ਜਾਣੀ। ਤੇਰਾ ਉੱਥੇ ਕਾਰੋਬਾਰ, ਤੇਰਾ ਬਾਹਰ ਦਾ ਰੁਤਬਾ ਤੇ ਨਾਮਣਾ ਨਹੀਂ ਉੱਥੇ ਚੱਲਣਾ। ਉੱਥੇ ਤਾਂ ਚੰਗਿਆਈਆਂ ਤੇ ਬੁਰਿਆਈਆਂ ਨੇ। ਇਸ ਕਿਉਂ? ਕਿਉਂਕਿ ਉਹ ਆਪ ਕਿਸੇ ਜਾਤ ਤੇ ਕਿਸੇ ਬਰਾਦਰੀ 'ਚ ਨਹੀਂ ਹੈ। ਕੋਈ ਉਹਦੀ ਜਾਤ ਨਹੀਂ, ਕੋਈ ਉਹਦੀ ਬਰਾਦਰੀ ਨਹੀਂ ਹੈ। ਨਹਿਨ ਜਹ, ਜਿਸ ਦੀ ਜਾਂ ਜਿਸ ਦਾ ਕੋਈ ਚੱਕਰ ਨਹੀਂ, ਚਿਹਨ ਨਹੀਂ, ਵਰਨ ਨਹੀਂ। ਵਰਨ ਕਹਿੰਦੇ ਰੰਗ ਨਹੀਂ ਹੈ। ਜਿਹਦੀ ਕੋਈ ਜਾਤ ਦੇ ਤੱਤੇ ਨੂੰ ਸਿਆਰੀ ਜਾਤੀ ਨਹੀਂ ਹੈ, ਜਿਹਦੀ ਕੋਈ ਵੀ ਬਰਾਦਰੀ ਜਿਹੜੀ ਆ ਉਹ ਨਹੀਂ, ਪਾਤ ਤੱਤੇ ਨੂੰ ਸਿਆਰੀ ਬਰਾਦਰੀ, ਉਹਦੀ ਕੋਈ ਵੀ ਬਰਾਦਰੀ ਜਿਹੜੀ ਆ ਉਹ ਨਹੀਂ ਹੈ। ਰੂਪ ਰੰਗ ਅਰ ਰੇਖਾ, ਭੇਖ ਕੋ ਕਹਿ ਨ ਸਕਤ ਕਹਿ। ਸਾਹਿਬ ਜੀ ਕਹਿੰਦੇ ਭੇਖ ਕਉ ਪੜ੍ਹਨਾ, ਕੱਕੇ ਨੂੰ ਹੋੜਾ ਲੱਗਾ ਤੇ ਊੜੇ ਨੂੰ ਥੱਲੇ ਜਿਹੜੀ ਆ ਉਹ ਦੁਲੈਂਕੜ ਲੱਗੀ ਹੈ। ਕਹਿੰਦੇ ਉਸ ਦਾ ਕਿਸੇ ਵਿੱਚ ਵੀ ਇੰਨੀ ਸਖਤ ਸ਼ਕਤੀ ਨਹੀਂ, ਪਾਵਰ ਨਹੀਂ ਹੈ।
ਕਿਸੇ ਦਾ ਵੀ ਇੰਨਾ ਦਿਮਾਗ ਤੇਜ਼ ਨਹੀਂ ਹੈ ਕਿ ਜਿਹੜਾ ਉਹਦਾ ਕੋਈ ਰੂਪ ਰੰਗ ਰੇਖ ਭੇਖ ਦੱਸ ਸਕੇ। ਉਹ ਕਿਹੜੇ ਰੂਪ ਦੇ ਵਿੱਚ ਹੈ? ਆ ਸਾਰੇ ਰੂਪ ਉਹਦੇ ਹੀ ਨੇ। ਜਿੰਨੀ ਕੁਦਰਤ ਵਿੱਚ ਆਪਾਂ ਵੇਖ ਰਹੇ ਹਾਂ, ਸਾਰੀ ਕੁਦਰਤ ਉਹਦੀ ਹੋਈ ਹੈ। ਉਹ ਸਾਰੇ ਰੂਪ ਉਹਦੇ ਹੀ ਬਣਾਏ ਹੋਏ ਨੇ, ਪਰ ਉਹਦਾ ਆਪਣਾ ਕੋਈ ਰੂਪ ਨਹੀਂ ਹੈ। ਅਸੀਂ ਸਰੀਰ, ਜਿਹਦਾ ਆਕਾਰ ਹੈ ਉਹਦਾ ਹੀ ਰੂਪ ਹੈ ਨਾ। ਜਿਹਦਾ ਆਕਾਰ ਹੀ ਨਹੀਂ, ਉਹਦਾ ਰੂਪ ਵੀ ਨਹੀਂ ਹੈ। ਇੱਕ ਦਿਨ ਇਹ ਵੀ ਜ਼ਿਕਰ ਕੀਤਾ, ਕਿਉਂਕਿ ਗੱਲਾਂ ਉਹੀ ਰਿਪੀਟ ਹੋਣੀਆਂ ਨੇ। ਅੱਜ ਤਰੱਕੀ ਕਰ ਲਈ ਹੈ ਆਪਾਂ, ਦਿਮਾਗ ਦੇ ਵਿੱਚ ਬਰੀਕ 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 ਨਾੜੀਆਂ ਵੀ ਆਪਾਂ ਦੇਖ ਸਕਦੇ ਹਾਂ ਕਿ ਕਿੰਨੀਆਂ ਬਰੀਕ ਬਰੀਕ ਨਾੜੀਆਂ ਨੇ ਸਾਡੇ ਦਿਮਾਗ ਵਿੱਚ। ਪਰ ਜਿਹੜਾ ਅੰਦਰ ਉਹ ਮਾਈਂਡ, ਦਿਮਾਗ ਕੰਮ ਕਰ ਰਿਹਾ, ਉਹ ਕਿਹੜਾ ਸਿਸਟਮ ਹੈ, ਉਹ ਨਹੀਂ ਕੋਈ ਦੇਖ ਸਕਦਾ। ਸਰੀਰ ਆ ਦੇਖ ਸਕਦਾ ਹੈ, ਪਰ ਅੰਦਰ ਜਿਹੜਾ ਸੂਖਸ਼ਮ ਸਰੀਰ ਹੈ, ਆਤਮਿਕ ਤਲ ਦਾ, ਉਹ ਨਹੀਂ ਕੋਈ ਵੇਖ ਸਕਦਾ। ਉਹਦੀ ਕਿਸੇ ਨੇ ਤਸਵੀਰ ਨਹੀਂ ਬਣਾਈ, ਕਿਉਂਕਿ ਉਹਦਾ ਕੋਈ ਰੂਪ ਰੰਗ ਹੀ ਨਹੀਂ ਪਤਾ ਵੀ ਅੰਦਰ ਜਿਹੜਾ ਸੂਖਸ਼ਮ ਸਰੀਰ ਹੈ ਆਤਮਾ ਦਾ, ਉਹ ਕਿਹੜੇ ਰੂਪ ਰੰਗ ਦਾ ਹੈ, ਕੋਈ ਨਹੀਂ ਦੱਸ ਸਕਦਾ। ਉਹਦਾ ਕੋਈ ਆਕਾਰ ਵੀ ਨਹੀਂ ਬਣਾ ਸਕਦਾ, ਸਰੀਰ ਦਾ ਹੈ। ਇਸ ਲਈ ਜਿਹੜਾ ਮਾਇਆ ਦੇ ਪ੍ਰਭਾਵ ਦੇ ਵਿੱਚ ਹੈ, ਉਹਦਾ ਰੂਪ ਹੈ, ਉਹਦਾ ਰੰਗ ਹੈ। ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਉਹਦਾ ਕੋਈ ਰੂਪ ਰੰਗ ਨਹੀਂ ਹੈ। ਇਹ ਸਭ ਸਾਰੀ ਜੋਤ ਉਹਦੀ ਹੈ, ਪਰ ਉਹਦਾ ਕੋਈ ਆਪਣਾ ਰੂਪ ਰੰਗ ਨਹੀਂ। ਇਸ ਲਈ ਕਹਿ ਰਹੇ ਰੂਪ, ਉਹਦੀ ਸੁੰਦਰਤਾ ਕਿੰਨੀ ਕੁ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਕਿੱਥੋਂ ਤੱਕ ਉਹਦੀ ਸੁੰਦਰਤਾ ਨੂੰ ਬਿਆਨ ਕਰਾਂਗੇ, ਉਹਦੇ ਰੂਪ ਨੂੰ ਬਿਆਨ ਕਰਾਂਗੇ, ਨਹੀਂ ਕੀਤਾ ਜਾ ਸਕਦਾ। ਕਿਉਂਕਿ ਬਹੁਤਾ ਕਹੀਏ ਬਹੁਤਾ ਹੋਏ। ਜਿੰਨਾ ਅਸੀਂ ਬਹੁਤਾ ਬਿਆਨ ਕਰਾਂਗੇ, ਉਨਾ ਹੀ ਬਹੁਤਾ ਉਹ ਅੱਗੇ ਹੋਰ ਹੋਵੇਗਾ। ਉਹਦਾ ਕੋਈ ਰੰਗ ਨਹੀਂ ਹੈ, ਉਹਨੂੰ ਕਿਸੇ ਰੰਗ ਦੇ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ। ਉਹਦਾ ਕੋਈ ਰੇਖ ਨਹੀਂ ਹੈ। ਹੁਣ ਪਹਿਲਾਂ ਗੱਲ ਆਈ ਸੀ ਚੱਕਰ ਦੀ, ਹੁਣ ਗੱਲ ਹੈ ਰੇਖ। ਆ ਰੇਖਾਵਾਂ ਨਜ਼ਰ ਆ ਰਹੀਆਂ ਨੇ, ਹੱਥ ਦੀਆਂ ਲਕੀਰਾਂ ਨਜ਼ਰ ਆਉਂਦੀਆਂ ਨੇ ਨਾ। ਕੋਈ ਐਸੀ ਉਹਦੀ ਕੋਈ ਰੇਖਾ ਨਹੀਂ ਹੈ, ਕੋਈ ਉਹਦੀਆਂ ਐਸੀਆਂ ਰੇਖਾਵਾਂ ਨਹੀਂ ਜਿਹਦੇ ਰਾਹੀਂ ਉਹਨੂੰ ਜਾਣਿਆ ਜਾ ਸਕੇ। ਇੱਕ ਜੋਤਿਸ਼ ਨੇ ਆਪਣੀ ਵਿਦਿਆ ਦੇ ਰਾਹੀਂ ਇਹ ਸਮਝਾਉਣ ਦਾ ਯਤਨ ਕਰਕੇ ਦੁਨੀਆ ਨੂੰ ਦੱਸਿਆ ਕਿ ਜੇ ਤੁਹਾਡੀ ਰੇਖਾ ਇੱਧਰ ਜਾਂਦੀ ਹੈ ਤੇ ਇਹ ਹੋਏਗਾ, ਜੇ ਤੁਹਾਡੀ ਰੇਖਾ ਇੱਧਰ ਜਾਂਦੀ ਹੈ ਤੇ ਆਹ ਹੋਏਗਾ। ਪਰ ਉਹਦੀ ਕੋਈ ਰੇਖਾ ਨਹੀਂ ਹੈ, ਉਹ ਕਿਸੇ ਲਿਮਟ ਦੇ ਵਿੱਚ ਨਹੀਂ ਹੈ, ਉਹ ਤੇ ਅਨਲਿਮਟ ਹੈ। ਕਿੱਥੇ ਤੱਕ ਰੇਖਾ ਖਿੱਚੋਗੇ ਉਹਦੀ? ਕਿੱਥੋਂ ਤੱਕ ਉਹਦੀ ਲਕੀਰ ਖਿੱਚ ਕੇ ਦੱਸੋਗੇ ਵੀ ਇੱਥੇ ਹੀ ਰੱਬ ਰਹਿੰਦਾ, ਇਸ ਤੋਂ ਪਰੇ ਨਹੀਂ ਰਹਿੰਦਾ? ਅਸੀਂ ਪਰਮੇਸ਼ਵਰ ਨੂੰ ਨਹੀਂ ਵੰਡ ਸਕਦੇ, ਉਹਦੀ ਬਣਾਈ ਕੁਦਰਤ ਨੂੰ ਵੰਡ ਦਿੱਤਾ, ਕਿਉਂਕਿ ਇੱਥੇ ਸਾਡਾ ਜ਼ੋਰ ਚੱਲਿਆ, ਪਰ ਉਹਨੂੰ ਨਹੀਂ ਵੰਡ ਸਕਦੇ। ਅਸੀਂ ਧਰਤੀ ਨੂੰ ਵੰਡ ਲਿਆ, ਅਸੀਂ ਸੂਰਜ ਨੂੰ ਕਿਵੇਂ ਵੰਡਾਂਗੇ? ਸੂਰਜ ਤੇ ਉਹੀ ਹੈ। ਅਸੀਂ ਕਿੰਨੇ ਮੁਲਕ ਵੰਡ ਕੇ ਉਹਦੇ ਤੇ ਬਾਰਡਰ ਬਣਾ ਦਿੱਤੇ, ਔਰ ਬਕਾਇਦਾ ਇਜਾਜ਼ਤ ਤੋਂ ਬਿਨਾਂ ਅਸੀਂ ਇੱਕ ਮੁਲਕ ਤੋਂ ਦੂਜੇ ਮੁਲਕ ਜਾ ਨਹੀਂ ਸਕਦੇ। ਅਸੀਂ ਬਣਾਏ, ਰੱਬ ਨੇ ਤੇ ਨਹੀਂ ਨਾ ਬਣਾਏ, ਅਸੀਂ ਹੀ ਬਣਾਏ ਨੇ। ਇਹ ਜਿੰਨੇ ਬਾਰਡਰ ਬਣ ਗਏ, ਇਹ ਅਸੀਂ ਬਣਾਏ ਨੇ ਕਿ ਸਾਡੀ ਇਜਾਜ਼ਤ ਤੋਂ ਬਿਨਾਂ ਉਧਰੋਂ ਇੱਧਰ ਨਹੀਂ ਕੋਈ ਆ ਸਕਦਾ, ਉਧਰ ਇਜਾਜ਼ਤ ਤੋਂ ਬਿਨਾਂ ਇੱਧਰ ਨਹੀਂ ਆ ਸਕਦਾ, ਇੱਧਰੋਂ ਉੱਧਰ ਨਹੀਂ ਜਾ ਸਕਦਾ। ਪਰ ਸੂਰਜ ਤਾਂ ਹਰ ਮੁਲਕ ਤੇ ਇੱਕੋ ਹੀ ਹੈ ਜਿਹੜਾ ਰੋਸ਼ਨੀ ਦੇ ਰਿਹਾ। ਉਹਨੂੰ ਕਿਵੇਂ ਵੰਡਾਂਗੇ? ਉਹਦੇ ਟੁਕੜੇ ਕਿਵੇਂ ਕਰਾਂਗੇ? ਕਿਉਂਕਿ ਉੱਥੇ ਸਾਡਾ ਜ਼ੋਰ ਨਹੀਂ ਚੱਲਣਾ। ਉਹ ਅਗਨੀ ਹੈ, ਉਹ ਅੱਗ ਦਾ ਗੋਲਾ ਹੈ ਜਿਹੜਾ ਸਾੜ ਕੇ ਸੁਆਹ ਕਰ ਦੇਗਾ। ਉਹਦਾ ਤੇਜ ਇੰਨਾ ਜ਼ਿਆਦਾ ਹੈ, ਸਾਡਾ ਉਹਦੇ ਤੇ ਜ਼ੋਰ ਨਹੀਂ ਚੱਲ ਸਕਦਾ। ਕਿਉਂ? ਉਹਨੂੰ ਕਿਵੇਂ ਟੁਕੜੇ ਟੁਕੜੇ ਕਰੋਗੇ? ਉੱਥੇ ਕਿਵੇਂ ਲਕੀਰਾਂ ਖਿੱਚੋਗੇ? ਸੂਰਜ ਤੇ ਕਿਵੇਂ ਰੇਖਾ ਬਣਾਓਗੇ ਵੀ ਆਹ ਸੂਰਜ ਦੀ ਰੋਸ਼ਨੀ ਇਸ ਮੁਲਕ ਤੇ ਪੈਣੀ ਚਾਹੀਦੀ ਹੈ, ਇਹ ਇੰਨਾ ਹਿੱਸਾ ਇਸ ਪਾਸੇ ਹੋਣਾ ਚਾਹੀਦਾ ਹੈ? ਉੱਥੇ ਕਿਸੇ ਵਿੱਚ ਪਾਵਰ ਨਹੀਂ ਕਿ ਉੱਥੇ ਰੇਖਾ ਖਿੱਚ ਸਕੇ ਕੋਈ। ਕਿਸੇ ਵੀ ਰੇਖ ਵਿੱਚ ਉਹਨੂੰ ਸੀਮਤ ਨਹੀਂ ਕੀਤਾ ਜਾ ਸਕਦਾ। ਇਸ ਲਈ ਤੇਰੇ ਗੁਣ ਬਹੁਤ 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 ਸ਼ੋਭਾ, ਹਮ ਤੁਛ ਕਰ ਕਰ ਬਰਨਥੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ। ਕਹਿਣ ਲੱਗੇ ਤੇਰੇ ਗੁਣ ਬਹੁਤ 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 ਸ਼ੋਭਾ, ਹਮ ਤੁਛ, ਅਸੀਂ ਤੁਛ ਬੁੱਧੀ ਨਾਲ, ਕਰ ਕਰ ਬਰਨਥੇ, ਅਸੀਂ ਕਰ ਕਰਕੇ ਵਰਣਨ ਤਾਂ ਕਰ ਰਹੇ ਹਾਂ, ਪਰ ਕਿਵੇਂ ਕਰ ਰਹੇ ਹਾਂ? ਤੁਛ ਤੁਛ ਬੁੱਧੀ ਦੇ ਨਾਲ, ਆਪਣੀ ਆਪਣੀ ਮਤ ਬੁੱਧ ਦੇ ਨਾਲ ਅਸੀਂ ਅੰਦਾਜ਼ਾ ਲਾ ਲਾ ਕੇ ਵਰਣਨ ਕਰ ਰਹੇ ਹਾਂ। ਪਰ ਤੇਰੇ ਗੁਣ ਬਹੁਤੇ,
ਜਾਂ ਅਸੀਂ ਪੜ੍ਹਦੇ ਹਾਂ ਤੇਰੇ ਗੁਣ ਬਹੁਤੇ ਮੈਂ ਅੰਤ ਨਾ ਜਾਣਿਆ। ਮੈਂ ਇੱਕ ਵੀ ਅੰਤ ਨਹੀਂ ਉਹਦਾ ਜਾਣ ਸਕਿਆ। ਤੇਰੇ ਇੰਨੇ ਗੁਣ ਨੇ। ਕਈ ਵਾਰ ਆਪਾਂ ਇਹ ਵੀ ਪੰਗਤੀਆਂ ਪੜ੍ਹੀਆਂ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ, ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਤੇ ਗੁਰੂ ਰਾਮਦਾਸ ਜੀ ਕਹਿੰਦੇ ਆ, ਹਮ ਤੁਛ ਕਰ ਕਰ ਵਰਨ ਥੇ, ਅਸੀਂ ਤੁਛ ਬੁੱਧੀ ਨਾਲ ਤੇਰੀ ਉਪਮਾ ਕਰ ਕਰਕੇ ਵਰਣਨ ਕਰੀ ਜਾਂਦੇ ਆ, ਪਰ ਤੇਰਾ ਅੰਤ ਕੋਈ ਨਹੀਂ ਹੈ। ਇਸ ਲਈ ਗੁਰੂ ਕਲਗੀਧਰ ਪਾਤਸ਼ਾਹ ਜੀ ਪਿਆਰ ਵਿੱਚ ਭਿੱਜੇ ਹੋਏ ਨੇ। ਪਾਉਂਟਾ ਸਾਹਿਬ ਦੇ ਅਸਥਾਨ ਤੇ ਉਸ ਜਮਨਾ ਦੇ ਕਿਨਾਰੇ ਤੇ ਬੈਠੇ ਹੋਏ ਨੇ, ਚੌਂਕੜਾ ਮਾਰ ਕੇ ਅਕਾਲ ਪੁਰਖ ਨਾਲ ਸੁਰਤ ਜੋੜੀ ਹੋਈ ਹੈ। ਔਰ ਸਤਿਗੁਰੂ ਜੀ ਉੱਥੇ ਬੜੇ ਪਿਆਰ ਵਿੱਚ ਭਿੱਜ ਕੇ ਮੁਖ ਤੋਂ ਵਾਕ ਇਹ ਜਿਹੜੇ ਉਚਾਰਨ ਕਰ ਰਹੇ ਆ, ਰੂਪ ਰੰਗ ਅਰ ਰੇਖਾ ਭੇਖ ਕੋ ਕਹਿ ਨਾ ਸਕਤ ਕਹਿ। ਤੇਰਾ ਭੇਖ ਕੌਣ ਦੱਸੇਗਾ ਕਿ ਕਿਹੜਾ ਤੇਰਾ ਲਿਬਾਸ ਹੈ, ਤੇਰਾ ਭੇਖ ਕਿੱਦਾਂ ਦਾ ਹੈ। ਅਸੀਂ ਆਪਣੇ ਆਪਣੇ ਭੇਖ ਵੱਖਰੇ ਵੱਖਰੇ ਬਣਾ ਲਏ। ਜੋਗੀਆਂ ਨੇ ਆਪਣੇ ਬਣਾ ਲਏ, ਸਾਧੂਆਂ ਨੇ ਆਪਣੇ ਬਣਾ ਲਏ, ਸੰਨਿਆਸੀਆਂ ਨੇ ਆਪਣੇ ਬਣਾ ਲਏ। ਹਰ ਇੱਕ ਨੇ ਭੇਖ ਆਪਣਾ ਆਪਣਾ ਬਣਾ ਲਿਆ। ਜਿੰਨੇ ਵੀ ਵਰਨ ਵੰਡ ਹੋਈ, ਅਸੀਂ ਜਿੰਨੇ ਵੀ ਧਰਮ ਬਣਾ ਕੇ ਬਹਿ ਗਏ ਹਾਂ, ਸਾਰਿਆਂ ਨੇ ਆਪਣਾ ਆਪਣਾ ਪਹਿਰਾਵਾ ਵੱਖਰਾ ਵੱਖਰਾ ਬਣਾ ਲਿਆ। ਪਰ ਜਦੋਂ ਅਸੀਂ ਰੱਬ ਦੀ ਗੱਲ ਕਰਾਂਗੇ, ਉਹਨੂੰ ਕਿਹੜੇ ਪਹਿਰਾਵੇ ਚ ਲਿਆਵਾਂਗੇ? ਉਹਨੂੰ ਕਿਹੜੇ ਪਹਿਰਾਵੇ ਦੇ ਵਿੱਚ ਲਿਆ ਕੇ ਕਵਾਂਗੇ ਵੀ ਇਸੇ ਪਹਿਰਾਵੇ ਵਿੱਚ ਹੀ ਰੱਬ ਹੈ? ਦੇਖੋ, ਸਾਨੂੰ ਗੁਰੂ ਸਾਹਿਬ ਨੇ ਕੋਈ ਵੱਖਰਾ ਪਹਿਰਾਵਾ ਨਹੀਂ ਦਿੱਤਾ, ਕਿਉਂਕਿ ਜਿਵੇਂ ਕਰਤੇ ਨੇ ਪੈਦਾ ਕੀਤਾ ਉਵੇਂ ਹੀ ਗੁਰੂ ਸਾਹਿਬ ਨੇ ਰੱਖਿਆ। ਸਾਨੂੰ ਉਸੇ ਤਰ੍ਹਾਂ ਹੀ ਰੱਖਿਆ। ਇਸਲਾਮ ਧਰਮ ਦੇ ਵਿੱਚ ਉਹ ਆਪਣਾ ਵੱਖਰਾ ਜਿਹੜਾ ਉਹ ਸੁਨਨਤ ਕਰਕੇ ਆਪਣਾ ਵੱਖਰਾ ਰੂਪ ਰੰਗ ਬਣਾਉਂਦੇ ਆ। ਜਿਹੜਾ ਸਨਾਤਨ ਧਰਮ ਹੈ ਉਹ ਸਿਰ ਦਾ ਮੁੰਡਨ ਕਰਕੇ ਵੱਖਰਾ ਬਣਾਉਂਦੇ ਆ। ਪਰ ਸਾਨੂੰ ਕਿਹਾ ਗੁਰੂ ਕੇ ਸਿੱਖਾ ਕਿ ਤੂੰ ਸੁਨਨਤ ਤੇ ਮੁੰਡਨ ਵਾਲਾ ਕੋਈ ਵੱਖਰਾ ਨਹੀਂ, ਜਿਵੇਂ ਹੈ ਉਵੇਂ ਹੀ ਰੱਖਣਾ। ਜਿਵੇਂ ਉਹਨੇ ਸਾਨੂੰ ਸੂਰਤ ਦਿੱਤੀ ਹੈ ਨਾ ਸਾਜ ਕੇ, ਉਦਾਂ ਹੀ ਰੱਖਣੀ ਹੈ। ਇਹਦੇ ਵਿੱਚ ਕੋਈ ਹੇਰ ਫੇਰ ਨਹੀਂ ਕਰਨਾ। ਤੇ ਜਦੋਂ ਤੁਸੀਂ ਉਦਾਂ ਹੀ ਚੱਲੋਗੇ ਤੇ ਉੱਥੇ ਕੀ ਹੋਏਗਾ? ਉੱਥੇ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਸਿੱਖ ਨਹੀਂ, ਕੋਈ ਈਸਾਈ ਨਹੀਂ। ਉੱਥੇ ਸਾਰੇ ਹੀ ਆਪਾਂ ਇੱਕੋ ਹੀ ਹੁਲੀਏ ਦੇ ਆ, ਇੱਕੋ ਹੀ ਰੂਪ ਰੰਗ ਦੇ ਆ। ਪਰ ਅਸੀਂ ਕੁਦਰਤ ਨੂੰ ਖਿਲਵਾੜ ਕਰਕੇ ਆਪਣੇ ਤਰੀਕੇ ਨਾਲ ਢਾਲ ਲਿਆ। ਆਪਣੇ ਤਰੀਕੇ ਨਾਲ ਢਾਲ ਕੇ ਕਹਿ ਦਿੱਤਾ ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਫਲਾਣਾ ਹੈ। ਪਰ ਗੁਰੂ ਸਾਹਿਬ ਨੇ ਆਖਿਆ ਨਹੀਂ, ਤੁਹਾਡੇ ਘਰ ਬੱਚਾ ਜਿਵੇਂ ਪੈਦਾ ਹੁੰਦਾ ਹੈ ਉਹਨੂੰ ਉਵੇਂ ਹੀ ਰੱਖਣਾ ਹੈ। ਤੇ ਹਰ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਨਾ, ਹਰ ਘਰ ਦੇ ਵਿੱਚ ਉਹਨੂੰ ਜੇ ਉਸੇ ਤਰ੍ਹਾਂ ਹੀ ਰਹਿਣ ਦਿਓਗੇ ਤੇ ਤੁਹਾਨੂੰ ਹਰ ਕੋਈ ਅਕਾਲ ਪੁਰਖ ਦਾ ਜਾਂ ਹਰ ਕੋਈ ਤੁਹਾਨੂੰ ਗੁਰੂ ਦਾ ਸਿੱਖ ਹੀ ਨਜ਼ਰ ਆਏਗਾ। ਇੱਥੇ ਕੋਈ ਵੱਖਰੀ ਬਣਤਰ ਨਹੀਂ ਬਣਾਈ ਗਈ ਕਿ ਇਹਦੇ ਵਿੱਚ ਲਿਆਉਣ ਲਈ ਤੁਹਾਨੂੰ ਇਸ ਤਰ੍ਹਾਂ ਆਪਣੀ ਹੇਰ ਫੇਰ ਕਰਨਾ ਪਏਗਾ ਉਹਦੀ ਬਣਾਵਟ ਵਿੱਚ। ਨਹੀਂ, ਜਿਵੇਂ ਹੁਣ ਕੋਈ ਸਨਾਤਨ ਪਰਿਵਾਰ ਹੈ, ਉਹ ਆਪਣਾ ਬੱਚੀ ਜਨਮ ਲਿਆ, ਉਹਨੂੰ ਉਸੇ ਤਰ੍ਹਾਂ ਹੀ ਰੱਖੋ, ਉਹਦਾ ਕੋਈ ਹੁਲੀਏ ਦਾ ਵਿਗਾੜ ਨਾ ਕਰੋ, ਤੇ ਉਹ ਤੁਹਾਨੂੰ ਉਸੇ ਘਰ 'ਚ ਤੁਹਾਨੂੰ ਉਹ ਨਜ਼ਰ ਆਏਗਾ ਸਾਬਤ ਸੂਰਤ। ਭਾਵੇਂ ਕੋਈ ਇਸਲਾਮ ਧਰਮ ਨਾਲ ਸੰਬੰਧ ਕਿਸੇ ਨਾਲ ਵੀ ਹੈ, ਜੇ ਅਸੀਂ ਉਹਦੇ ਨਾਲ ਖਿਲਵਾੜ ਕਰਕੇ ਆਪਣੇ ਤਰੀਕੇ ਨਾਲ ਢਾਲਾਂਗੇ ਫਿਰ ਅਸੀਂ ਵੱਖਰਾ ਧਰਮ ਇੱਕ ਬਣਾ ਲਿਆ। ਸਾਨੂੰ ਗੁਰੂ ਸਾਹਿਬ ਨੇ ਆਖਿਆ ਨਹੀਂ, ਤੂੰ ਜਿਵੇਂ ਹੈ ਉਦਾਂ ਹੀ ਚੱਲਣਾ ਕਰ ਬਸ। ਹਾਂ, ਸ਼ਿੰਗਾਰ ਦਿੱਤਾ ਹੈ, 5 ਕਕਾਰਾਂ ਦਾ ਸ਼ਿੰਗਾਰ ਸਾਨੂੰ ਜ਼ਰੂਰ ਦਿੱਤਾ ਹੈ ਕਿ ਜੇ ਉਹਨੇ ਕੇਸ ਦਿੱਤੇ ਆ ਤੇ ਕੇਸਾਂ ਵਿੱਚ ਕੰਘਾ ਰੱਖ, ਇਹਦੀ ਸੇਵਾ, ਇਹਦੀ ਸੰਭਾਲ ਕਰਨ ਲਈ, ਸਫਾਈ ਕਰਨ ਲਈ। ਜੇ ਉਹਨੇ ਤੈਨੂੰ ਇਹ ਮੁੱਖ ਤੇ ਦਾੜਾ ਦਿੱਤਾ ਹੈ ਤੇ ਸੋਚ ਸਮਝ ਕੇ ਹੀ ਉਹਨੇ ਬਣਤਰ ਬਣਾਈ ਆ ਨਾ। ਰੱਬ ਨੇ ਮੇਲ ਔਰ ਫੀਮੇਲ ਬਣਾਇਆ ਤੇ ਕੋਈ ਸੋਚ ਕੇ ਬਣਾਇਆ ਕਿ ਫੀਮੇਲ ਦੇ ਮੁੱਖ ਤੇ ਦਾੜਾ ਨਹੀਂ ਆਉਂਦਾ ਤੇ ਮੇਲ ਦੇ ਆਉਂਦਾ ਹੈ, ਪੁਰਸ਼ਾਂ ਦੇ ਦਾੜਾ ਹੁੰਦਾ ਹੈ। ਪਰ ਅਸੀਂ ਕਹਿੰਦੇ ਆ ਵੀ ਨਹੀਂ। ਪਰ ਜੇ ਉਹਨੇ ਕੋਈ ਬਣਤਰ ਬਣਾਈ ਹੈ ਤੇ ਉਹਨੇ ਸੋਚ ਸਮਝ ਕੇ ਹੀ ਬਣਾਈ ਹੈ ਨਾ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਤੂੰ ਜਿਵੇਂ ਹੈ ਸ਼ਿੰਗਾਰ ਕਰ ਬਸ। ਤੇਰੇ ਹੱਥ ਦੇ ਵਿੱਚ ਜਿਹੜਾ ਉਹ ਇੱਕ ਲੋਹੇ ਦਾ ਜੇ ਕੜਾ ਹੈ ਤੇ ਇਹ ਵੀ ਸਾਨੂੰ ਵਹਿਮ ਭਰਮ ਤੋਂ ਬਚਣ ਲਈ ਹੈ। ਜੇ ਸਾਨੂੰ ਜੱਤ ਸੱਤ ਪੱਕਾ ਕਰਨ ਲਈ ਆਖਿਆ ਤੇ ਸਾਨੂੰ ਕਛਹਿਰਾ ਦੇ ਦਿੱਤਾ। ਜੇ ਸਾਨੂੰ ਆਪਣੀ ਹਿਫਾਜ਼ਤ ਕਰਨ ਲਈ ਆਖਿਆ ਤੇ ਕਿਰਪਾਨ ਦੇ ਦਿੱਤੀ। ਕੋਈ ਵੱਖਰਾ ਨਹੀਂ ਹੈ, ਪਰ ਸਰੀਰਕ ਢਾਂਚਾ ਤੇ ਉਵੇਂ ਹੀ ਰੱਖਿਆ ਜਿਵੇਂ ਪਰਮਾਤਮਾ ਨੇ ਬਣਾਇਆ।
ਇਸ ਲਈ ਕਹਿ ਰਹੇ ਨੇ ਉਹਦਾ ਕੋਈ ਭੇਖ ਨਹੀਂ ਹੈ, ਉਹਦਾ ਕੋਈ ਵੱਖਰਾ ਲਿਬਾਸ ਨਹੀਂ ਹੈ। ਉਹਨੂੰ ਕਿਸੇ ਵੱਖਰੇ ਭੇਖ ਵਿੱਚ ਲਿਆ ਕੇ ਨਹੀਂ ਕਿਹਾ ਜਾ ਸਕਦਾ ਵੀ ਆਹੀ ਰੱਬ ਹੈ। ਤੇ ਜਿਨ੍ਹਾਂ ਨੂੰ ਤੁਸੀਂ ਅੱਜ ਰੱਬ ਬਣਾ ਕੇ ਬੜੇ ਉੱਚੀ ਬੁਲੰਦੀਆਂ ਤੇ ਲੈ ਗਏ ਨਾ, ਉਹ ਤੇ ਤੁਹਾਨੂੰ ਰੰਗ ਬਰੰਗੇ ਨਜ਼ਰ ਆਉਂਦੇ ਨੇ। ਉੱਥੇ ਤੇ ਵੰਨ ਸਵੰਨੇ ਰੰਗ ਹਰ ਦਿਨ ਨਜ਼ਰ ਆਉਂਦੇ ਆ। ਤੇ ਜਿਹੜਾ ਪਰਮੇਸ਼ਵਰ ਹੈ ਉਹ ਤੇ ਰੰਗ ਤੋਂ ਰਹਿਤ ਹੈ। ਪਰ ਸਾਨੂੰ ਤਰ੍ਹਾਂ ਤਰ੍ਹਾਂ ਦੇ ਰੰਗ, ਚਮਕੀਲੇ ਭੜਕੀਲੇ ਰੰਗ ਬਣਾ ਕੇ ਦਿਖਾਏ ਗਏ, ਔਰ ਅਸੀਂ ਉਹਦੇ ਵਿੱਚੋਂ ਹੀ ਰੱਬ ਨੂੰ ਕਹਿ ਰਹੇ ਹਾਂ ਵੀ ਰੱਬ ਹੈ। ਪਰ ਉਹ ਜਿਹੜਾ ਪਰਮੇਸ਼ਵਰ ਹੈ ਉਹਦਾ ਤੇ ਆਪਣਾ ਕੋਈ ਰੰਗ ਹੀ ਨਹੀਂ ਹੈ, ਉਹ ਤੇ ਰੰਗ ਤੋਂ ਰਹਿਤ ਹੈ। ਤੇ ਬਾਣੀ ਵਿੱਚ ਵੀ ਤੇ ਇਹੀ ਕਿਹਾ, ਰੂਪ ਨ ਰੇਖ ਨ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਉਹ ਤੇ ਤਿੰਨ ਗੁਣਾ ਤੋਂ ਭਿੰਨ ਹੈ। ਇਸ ਲਈ ਗੁਰੂ ਸਾਹਿਬ ਜੀ ਬੈਠੇ ਕਹਿੰਦੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ। ਕਹਿ ਕਿਸੇ ਵਿੱਚ ਇੰਨੀ ਸ਼ਕਤੀ ਹੈ ਕਿ ਕੋਈ ਉਹਦੇ ਰੂਪ ਰੇਖ ਭੇਖ ਨੂੰ ਕਹਿ ਸਕੇ? ਕੋਈ ਵੀ ਨਹੀਂ ਕਹਿ ਸਕਦਾ, ਕੋਈ ਵੀ। ਅਚਲ ਮੂਰਤ, ਮੂਰਤੀ ਉਹਦੀ ਅਚਲ। ਚੱਲ ਦਾ ਅਰਥ ਹੁੰਦਾ ਚਲਾਏਮਾਨ। ਅਚਲ ਜਿਹੜੀ ਚਲਾਏਮਾਨ ਨਹੀਂ ਹੈ, ਸਦਾ ਸਥਿਰ ਹੈ, ਸਦਾ ਟਿਕਣ ਵਾਲੀ ਹੈ। ਕਹਿਣ ਲੱਗੇ ਉਹਦੀ ਜਿਹੜੀ ਮੂਰਤੀ ਹੈ ਨਾ, ਉਹ ਸਦਾ ਟਿਕੀ ਰਹਿਣ ਵਾਲੀ ਹੈ। ਜਿਹਨੂੰ ਆਪਾਂ ਗੁਰਬਾਣੀ ਵਿੱਚ ਪੜ੍ਹ ਕੇ ਆਏ ਹਾਂ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਜਿਹੜਾ ਆਕਾਰ ਤੋਂ ਬਿਨਾਂ ਨਿਰੰਕਾਰ ਪਰਮੇਸ਼ਵਰ ਹੈ, ਉਹ ਸਦਾ ਸਲਾਮਤ ਰਹਿਣ ਵਾਲਾ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜੋ ਜਪਜੀ ਸਾਹਿਬ ਚ ਪੜ੍ਹ ਕੇ ਆਏ ਆ, ਉਹੀ ਜਾਪ ਸਾਹਿਬ ਚੋਂ ਸਮਝਣਾ ਹੈ। ਇਸ ਲਈ ਮਹਾਰਾਜ ਕਹਿੰਦੇ ਉਹਦੀ ਮੂਰਤੀ ਅਚਲ ਅਟਲ ਹੈ, ਕਦੇ ਵੀ ਉਹ ਵਿਨਾਸ਼ ਹੋਣ ਵਾਲਾ ਨਹੀਂ ਹੈ। ਸਾਹਿਬ ਮੇਰਾ ਨੀਤ ਨਵਾਂ, ਉਹ ਨਿਤ ਨਵੇਂ ਰੂਪ ਵਿੱਚ ਹੈ। ਉਹ ਸਦਾ ਸਲਾਮਤ ਹੈ, ਉਹ ਅਨਾਹਤ ਹੈ। ਉਹਦੇ ਰੂਪ ਜਿਹੜਾ ਉਹਦਾ ਆਪਣਾ ਕੋਈ ਜਿਹੜਾ ਉਹ ਰੂਪ ਰੰਗ ਹੈ, ਉਦੋਂ ਕੋਈ ਵੀ ਕਹਿਣ ਲੱਗੇ ਉਹ ਨਾਸ਼ ਨਹੀਂ ਕਰ ਸਕਦਾ। ਜਿਹਦੇ ਤੋਂ ਸਾਡੇ ਗਿਆਨ ਇੰਦਰੇ ਜਿਹੜੇ ਆ ਉਹ ਬਹੁਤ ਪਿੱਛੇ ਨੇ। ਅਸੀਂ ਅਪਹੁੰਚ ਹਾਂ, ਸਾਡੀ ਪਹੁੰਚ ਉੱਥੇ ਤੱਕ ਨਹੀਂ ਹੋ ਸਕਦੀ ਜਿਹਨੂੰ ਅਗੋਚਰ ਕਿਹਾ ਗਿਆ। ਅਗੋਚਰ ਦਾ ਅਰਥ ਹੈ ਜਿੱਥੇ ਗਿਆਨ ਇੰਦਰੇ ਨਹੀਂ ਪਹੁੰਚ ਸਕਦੇ। ਤੇ ਜਿਹੜਾ ਪਹੁੰਚ ਗਿਆ ਉਹ ਬਿਆਨ ਨਹੀਂ ਕਰ ਸਕਦਾ। ਜਿਹੜਾ ਪਹੁੰਚ ਗਿਆ ਨਾ ਅਕਾਲ ਪੁਰਖ ਤੱਕ, ਉਹ ਮੁੜ ਕੇ ਬਿਆਨ ਨਹੀਂ ਕਰ ਸਕਿਆ, ਉਹ ਦੱਸ ਨਹੀਂ ਸਕਿਆ। ਉਹਨੇ ਮਾਰਗ ਤਾਂ ਬਣਾ ਦਿੱਤਾ ਵੀ ਇਸ ਮਾਰਗ ਤੇ ਤੁਰਿਆ ਜਾ, ਪਰ ਜੇ ਉਹ ਕਵੇ ਮੈਨੂੰ ਪੁੱਛੇਗਾ ਉਹਦਾ ਰੂਪ ਰੰਗ ਭੇਦ, ਉੱਥੇ ਮੈਂ ਬਿਆਨ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਕਹਿੰਦੇ ਅਨਭਉ ਪ੍ਰਕਾਸ਼। ਇੱਥੇ ਥੋੜਾ ਸਮਝ ਕੇ ਚੱਲਿਓ, ਦੋ ਅਰਥ ਕੀਤੇ ਆ ਵਿਦਵਾਨਾਂ ਨੇ। ਉਹਦਾ ਪ੍ਰਕਾਸ਼ ਸਵਯੰਭ ਤੋਂ ਹੈ, ਸਹਿ ਭੰਗ ਆਪਣੇ ਆਪ ਤੋਂ ਹੈ। ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਆਪੀ ਨੇ ਆਪ ਸਾਜਿਓ। ਉਹਨੇ ਆਪਣੇ ਆਪ ਨੂੰ ਆਪ ਹੀ ਸਾਜਿਆ, ਉਹਨੂੰ ਸਾਜਣ ਵਾਲਾ ਕੋਈ ਨਹੀਂ ਹੈ। ਔਰ ਦੂਸਰਾ ਅਰਥ ਵਿਦਵਾਨਾਂ ਨੇ ਕੀਤਾ ਹੈ ਕਿ ਹੁਣ ਤੱਕ ਜਿਹਨੂੰ ਤੁਸੀਂ ਸਮਝਿਆ ਨਾ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿੰਜੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਹਿ ਅਚਲ ਮੂਰਤ। ਇਹ ਜੋ ਪਰਮੇਸ਼ਵਰ ਦੀ ਪਰਿਭਾਸ਼ਾ ਤੁਹਾਨੂੰ ਦੱਸੀ ਹੈ, ਕਹਿੰਦੇ ਨੇ ਉਹਦੀ ਮੂਰਤ ਨੂੰ ਕਿਵੇਂ, ਉਹਦੇ ਪ੍ਰਕਾਸ਼ ਨੂੰ ਕਿਵੇਂ ਤੁਸੀਂ ਪਾਓਗੇ? ਅਨੁਭਵ ਕਰਕੇ। ਅਨੁਭਵ ਦਾ ਅਰਥ ਹੁੰਦਾ ਅਨੁਭਵ ਕਰਨਾ, ਮਹਿਸੂਸ ਕਰਨਾ, ਫੀਲ ਕਰਨਾ। ਫੀਲਿੰਗ ਕਹਿੰਦੇ ਨਾ, ਉਹਨੂੰ ਅਸੀਂ ਫੀਲ ਕਰਨਾ ਹੈ, ਅਨੁਭਵ ਕਰਨਾ ਹੈ, ਮਹਿਸੂਸ ਕਰਨਾ ਹੈ। ਕਿਵੇਂ ਕਰਨਾ ਹੈ? ਕਹਿੰਦੇ ਜਿਵੇਂ ਤੁਸੀਂ ਫੁੱਲਾਂ ਵਿੱਚੋਂ ਸੁਗੰਧੀ ਮਹਿਸੂਸ ਕਰਦੇ ਹੋ। ਫੁੱਲ ਦਾ ਰੰਗ ਹੈ, ਫੁੱਲ ਦਾ ਆਕਾਰ ਵੀ ਹੈ, ਫੁੱਲ ਦਾ ਰੰਗ ਵੀ ਹੈ, ਪਰ ਫੁੱਲਾਂ ਦੀ ਸੁਗੰਧੀ ਦਾ ਕੋਈ ਰੰਗ ਨਹੀਂ ਹੈ, ਉਹਦਾ ਕੋਈ ਆਕਾਰ ਨਹੀਂ ਹੈ। ਉਹ ਭਾਵੇਂ ਗੁਲਾਬੀ ਰੰਗ ਹੋਵੇ, ਭਾਵੇਂ ਲਾਲ ਰੰਗ ਹੋਵੇ, ਭਾਵੇਂ ਚਿੱਟਾ ਰੰਗ ਹੋਵੇ, ਪਰ ਉਹਦੇ ਵਿੱਚੋਂ ਨਿਕਲਣ ਵਾਲੀ ਸੁਗੰਧੀ ਦਾ ਕਿਸੇ ਨੇ ਰੰਗ ਵੇਖਿਆ? ਪਰ ਅਨੁਭਵ ਕਰਦੇ ਆ ਵੀ ਇਹਦੇ ਵਿੱਚ ਸੁਗੰਧੀ ਹੈ। ਇਹ ਗੁਲਾਬ ਦਾ ਫੁੱਲ ਹੈ, ਇਹ ਗੇਂਦੇ ਦਾ ਫੁੱਲ ਹੈ, ਇਹ ਚਮੇਲੀ ਦਾ ਫੁੱਲ ਹੈ। ਉਹਦੀ ਸੁਗੰਧੀ ਨੂੰ ਮਹਿਸੂਸ ਕਰਦੇ ਆ। ਇਵੇਂ ਹੀ ਮਹਿਸੂਸ ਕਰੋ ਵੀ ਉਹ ਅਕਾਲ ਪੁਰਖ ਹੈ, ਪਰ ਉਹਦਾ ਆਪਣਾ ਕੋਈ ਰੂਪ ਰੰਗ ਰੇਖ ਭੇਖ ਨਹੀਂ ਹੈ। ਜਿਸ ਤਰ੍ਹਾਂ ਹਵਾ ਨੂੰ ਮਹਿਸੂਸ ਕਰਦੇ ਹੋ ਵੀ ਹਵਾ ਠੰਡੀ ਹੈ, ਹਵਾ ਗਰਮ ਹੈ, ਹਵਾ ਵਿੱਚ ਬਦਬੂ ਹੈ, ਹਵਾ ਵਿੱਚ ਸੁਗੰਧੀ ਹੈ, ਪਰ ਹਵਾ ਨੂੰ ਕਿਸੇ ਨੇ ਵੇਖਿਆ? ਹਵਾ ਨਹੀਂ ਵੇਖੀ ਜਾ ਸਕਦੀ, ਪਰ ਅਨੁਭਵ ਤੇ ਕਰਦੇ ਆ ਨਾ।
ਅਨੁਭਵ ਕਰਕੇ ਹੀ ਦੱਸਦੇ ਆ ਵੀ ਇਹ ਗਰਮ ਹੈ ਕਿ ਠੰਡੀ ਹੈ। ਅੱਜ ਗਰਮ ਹਵਾ ਚੱਲ ਰਹੀ ਹੈ ਕਿ ਅੱਜ ਠੰਡੀ ਹਵਾ ਚੱਲ, ਉਹ ਅਨੁਭਵ ਹੀ ਕਰਦੇ ਆ, ਮਹਿਸੂਸ ਕਰਦੇ ਆ। ਇਸੇ ਤਰ੍ਹਾਂ ਮਹਿਸੂਸ ਕਰੋ ਕਿ ਉਹ ਹੈ। ਜਿਹਨੇ ਮਹਿਸੂਸ ਕੀਤਾ ਉਹਨੇ ਆਖਿਆ ਜੈ ਜੈ ਵੇਖੋ ਤੈਂ ਹਜੂਰ। ਮੈਂ ਜਿੱਧਰ ਵੀ ਵੇਖਦਾ ਉਹੀ ਮੈਨੂੰ ਮਹਿਸੂਸ ਹੁੰਦਾ ਹੈ, ਉਹਦੇ ਤੋਂ ਬਿਨਾਂ ਕੋਈ ਹੋਰ ਹੈ ਹੀ ਕੋਈ ਨਹੀਂ। ਇਸ ਲਈ ਉਹਦਾ ਪ੍ਰਕਾਸ਼ ਹੋਣਾ ਅਨੁਭਵ ਕਰਕੇ। ਗੁਰਬਾਣੀ ਅਨੁਭਵ ਕਰਾਉਂਦੀ ਹੈ ਵੀ ਉਹ ਹੈ, ਪਰਮਾਤਮਾ ਹੈ। ਤੁਸੀਂ ਆਸਤਕ ਬਣੋ, ਨਾਸਤਕ ਨਾ ਬਣੋ। ਤੁਸੀਂ ਮਨਮੁਖ ਨਾ ਬਣੋ, ਗੁਰਮੁਖ ਬਣੋ, ਸਾਖਤ ਨਾ ਬਣੋ। ਉਹਦੇ ਚਰਨਾਂ ਨਾਲ ਪਿਆਰ ਪਾਓ। ਉਹ ਮੌਜੂਦ ਹੈ, ਉਹ ਤੁਹਾਡੇ ਤੋਂ ਵੱਖ ਨਹੀਂ ਹੈ, ਉਹ ਤੁਹਾਡੇ ਅੰਦਰ ਹੀ ਸਮਾਇਆ। ਉਹਨੂੰ ਮਹਿਸੂਸ ਕਰੋ, ਮਹਿਸੂਸ ਕਰਨਾ ਹੈ। ਇਸ ਲਈ ਕਹਿੰਦੇ ਉਹਦਾ ਪ੍ਰਕਾਸ਼ ਦੋ ਅਰਥ ਸਮਝ ਲੈਣਾ। ਜਿਹੜਾ ਉਹਦਾ ਪ੍ਰਕਾਸ਼ ਹੈ ਸਵਯੰ ਤੋਂ ਹੈ, ਆਪਣੇ ਆਪ ਤੋਂ ਹੈ, ਉਹਨੂੰ ਕਿਸੇ ਨੇ ਉਹਨੂੰ ਪ੍ਰਕਾਸ਼ ਨਹੀਂ ਦਿੱਤਾ ਹੈ। ਔਰ ਦੂਸਰਾ ਅਰਥ ਹੈ ਕਿ ਉਹਦਾ ਸਾਡੇ ਦਿਮਾਗ ਵਿੱਚ ਪ੍ਰਕਾਸ਼ ਕਦੋਂ ਹੋਏਗਾ? ਜਦੋਂ ਅਸੀਂ ਉਹਨੂੰ ਅਨੁਭਵ ਕਰਾਂਗੇ, ਮਹਿਸੂਸ ਕਰਾਂਗੇ। ਉਹਦੀ ਹੋਂਦ ਦਾ ਪਤਾ ਤਾਂ ਲੱਗੇਗਾ ਜਦੋਂ ਅਸੀਂ ਅਨੁਭਵ ਕਰਾਂਗੇ ਕਿ ਉਹ ਹੈ। ਇਹ ਦੋ ਅਰਥ ਇਹਦੇ ਸਮਝ ਕੇ ਚੱਲਣਾ। ਅੱਗੇ ਹੈ ਅਮਤੋਜ ਕਹਿਜੈ। ਅਮਤੋਜ ਤਾਂ ਓਜ, ਓਜ ਕਹਿੰਦੇ ਤਾਕਤ, ਓਜ ਕਹਿੰਦੇ ਪਾਵਰ। ਕਹਿਣ ਲੱਗੇ ਉਹਦੇ ਵਿੱਚ ਕਿੰਨੀ ਪਾਵਰ ਹੈ, ਕੋਈ ਮਿਣਤੀ ਕਰਕੇ ਨਹੀਂ ਦੱਸ ਸਕਦਾ, ਕੋਈ ਮਿੱਥ ਕੇ ਨਹੀਂ ਦੱਸ ਸਕਦਾ, ਕੋਈ ਮਾਪ ਤੋਲ ਕੇ ਨਹੀਂ ਦੱਸ ਸਕਦਾ ਵੀ ਉਹਦੇ ਵਿੱਚ ਕਿੰਨੀ ਪਾਵਰ ਹੈ, ਕਿੰਨੀ ਤਾਕਤ ਦਾ ਉਹ ਮਾਲਕ ਹੈ। ਨਹੀਂ ਦੱਸਿਆ ਜਾ ਸਕਦਾ। ਬਸ ਇਹ ਕਹਿ ਸਕਦੇ ਹਾਂ ਕਿ ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ, ਪਰ ਕਿੰਨੀ ਤਾਕਤ ਦਾ ਮਾਲਕ ਹੈ ਇਹ ਨਹੀਂ ਦੱਸਿਆ ਜਾ ਸਕਦਾ। ਅਸੀਂ ਰਾਵਣ ਨੂੰ 10 ਸਿਰਾਂ ਵਾਲਾ ਕਹਿੰਦੇ ਆ ਨਾ, ਉਹਦੇ 10 ਸਿਰ ਵੱਖਰੇ ਵੱਖਰੇ ਥੋੜੀ ਸੀ। ਉਹ 10 ਸਿਰਾਂ, ਜਿੰਨਾ 10 ਸਿਰਾਂ 'ਚ ਦਿਮਾਗ ਹੁੰਦਾ ਨਾ, ਇੰਨਾ ਇਕੱਲੇ ਦਾ ਦਿਮਾਗ ਸੀ। ਉਹਦੇ ਵਿੱਚ ਇੰਨੀ ਪਾਵਰ ਸੀ ਜਿੰਨੀ 10 ਸਿਰਾਂ ਵਿੱਚ ਹੁੰਦੀ ਹੈ। ਪਰ ਪਰਮਾਤਮਾ ਵਿੱਚ ਕਿੰਨੀ ਤਾਕਤ ਹੈ ਇਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜੇ ਉਹਦੀ ਤਾਕਤ ਦਾ ਅੰਦਾਜ਼ਾ ਜਿਹੜਾ ਲਾਏਗਾ ਉਹ ਉਸ ਤੋਂ ਵੱਡਾ ਤਾਕਤਵਰ ਹੋ ਜਾਏਗਾ। ਪਰ ਕੋਈ ਹੈ ਜਿਹਦਾ ਜ਼ੋਰ ਉਹਦੇ ਅੱਗੇ ਚੱਲਦਾ ਹੋਵੇ? ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਬੰਦੇ ਦਾ ਜ਼ੋਰ ਬੰਦੇ ਤੇ ਚੱਲਦਾ ਹੈ, ਜੀਆਂ ਤੇ ਚੱਲਦਾ ਹੈ, ਪਰ ਬਣਾਉਣ ਵਾਲੇ ਤੇ ਨਹੀਂ। ਤਾਂ ਹੀ ਤੇ ਆਖੀਦਾ ਵੀ ਰੱਬ ਤੋਂ ਤੇ ਡਰ ਕੇ ਚੱਲੋ। ਜਿਸ ਦਿਨ ਉਹਦੀ ਤਾਕਤ ਨੇ ਆਪਣਾ ਜ਼ੋਰ ਵਿਖਾਇਆ, ਬੰਦਿਆ ਤੇਰਾ ਜ਼ੋਰ ਕੰਮ ਨਹੀਂ ਕਰਨਾ। ਉਹਦੀ ਤਾਕਤ ਨੂੰ ਮਹਿਸੂਸ ਕਰੋ, ਕਿੰਨੀ ਤਾਕਤ ਵਾਲਾ ਹੈ। ਜਦੋਂ ਮਹਿਸੂਸ ਕਰੋਗੇ ਤਾਂ ਹੀ ਤੇ ਕਹੋਗੇ ਅਸਾਂ ਜ਼ੋਰ ਨਾਹੀ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੇਂ ਬਖਸ਼। ਸਾਡੇ ਵਿੱਚ ਜ਼ੋਰ ਨਹੀਂ ਹੈ। ਜੇ ਸਾਡੇ ਵਿੱਚ ਜ਼ੋਰ ਹੁੰਦਾ ਫਿਰ ਅਸੀਂ ਜਨਮ ਵੀ ਆਪਣੀ ਮਰਜ਼ੀ ਨਾਲ ਲੈਂਦੇ। ਜੇ ਜ਼ੋਰ ਹੁੰਦਾ ਤੇ ਸਾਡਾ ਮਰਨਾ ਵੀ ਸਾਡੀ ਮਰਜ਼ੀ ਨਾਲ ਹੁੰਦਾ। ਨਾ ਜਨਮ ਜੀਵਨ ਵਿੱਚ ਜ਼ੋਰ ਹੈ ਤੇ ਨਾ ਇਹ ਵੀ ਆਪਾਂ ਜਪਜੀ ਸਾਹਿਬ ਵਿੱਚ ਪੜ੍ਹ ਕੇ ਆਏ ਹਾਂ, ਜ਼ੋਰ ਨਾ ਜੀਵਨ ਮਰਨ ਨਾ ਹੈ ਜ਼ੋਰ। ਇਹਦੇ ਪੜ੍ਹ ਕੇ ਹੀ ਆਏ ਹਾਂ ਨਾ ਆਪਾਂ। ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਜਿਹਦੇ ਹੱਥ ਵਿੱਚ ਪਾਵਰ ਹੈ ਉਹ ਵੇਖ ਰਿਹਾ ਹੈ, ਪਰ ਉਹਦੇ ਵਿੱਚ ਕਿੰਨੀ ਪਾਵਰ ਹੈ? ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਅਮਤੋਜ। ਅਮ ਜਿਹਦੀ ਮਿਣਤੀ ਨਹੀਂ ਕੀਤੀ ਜਾ ਸਕਦੀ, ਮਿਣਿਆ ਨਹੀਂ ਜਾ ਸਕਦਾ, ਮਿਥਿਆ ਨਹੀਂ ਜਾ ਸਕਦਾ, ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਉਹ ਕਿੰਨੀ ਤਾਕਤਾਂ ਦਾ ਮਾਲਕ ਹੈ। ਹਾਂ, ਇੰਨੀ ਕੁ ਤਾਕਤ ਦਾ ਮਾਲਕ ਹੈ ਕਿ ਪਲ ਵਿੱਚ, ਅੱਖ ਝਮਕਣ ਵਿੱਚ ਭੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ। ਹਾਂ, ਇੰਨੀ ਪਾਵਰ ਉਹਦੇ 'ਚ ਹੈ ਕਿ ਉਹ ਪਲ ਵਿੱਚ ਖੇਡ ਬਦਲ ਸਕਦਾ ਹੈ। ਅਸੀਂ ਆਪਣਾ ਜ਼ੋਰ ਐਵੇਂ ਦਿਖਾ ਕੇ ਹੰਕਾਰ ਨਾ ਕਰੀਏ, ਮਾਣ ਨਾ ਕਰੀਏ ਕਿ ਮੇਰੇ ਕੋਲ ਬੜੀ ਪਾਵਰ ਹੈ, ਮੇਰੇ ਕੋਲ ਬੜੀ ਤਾਕਤ ਹੈ, ਮੈਂ ਜਿਹਨੂੰ ਮਰਜ਼ੀ ਖਰੀਦ ਸਕਦਾ, ਮੈਂ ਜਿਹਨੂੰ ਮਰਜ਼ੀ ਆਪਣੇ ਵੱਸ ਕਰ ਸਕਦਾ, ਜਿਹਨੂੰ ਮਰਜ਼ੀ ਮੈਂ ਆਪਣੀ ਮੁੱਠੀ ਵਿੱਚ ਕਰ ਸਕਦਾ। ਇੱਥੇ ਬੜੇ ਬੜੇ ਹੰਕਾਰੀ ਆਏ, ਬੜੇ ਬੜੇ ਹੰਕਾਰ ਦੇ ਬੋਲ ਬੋਲਣ ਵਾਲੇ, ਆਪਣੀ ਤਾਕਤ ਦਿਖਾਉਣ ਵਾਲੇ ਆਏ, ਪਰ ਜਦੋਂ ਉਹਦੀ ਤਾਕਤ, ਉਹਦਾ ਜ਼ੋਰ ਚੱਲਿਆ ਤੇ ਉਹਨਾਂ ਦੀ ਤਾਕਤ ਜ਼ੀਰੋ ਹੋ ਗਈ, ਨਹੀਂ ਚੱਲ ਸਕੀ ਉਹਨਾਂ ਦੀ ਤਾਕਤ। ਐਵੇਂ ਨਾ ਆਪਣੇ ਹੰਕਾਰ 'ਚ ਉਡਾਰੀਆਂ ਨਾ ਮਾਰਿਆ ਕਰੀਏ ਕਿ ਮੈਂ ਆਪਣੀ ਤਾਕਤ ਨਾਲ ਜਿਹਨੂੰ ਮਰਜ਼ੀ ਖਰੀਦ ਲਾਂ, ਵੱਸ ਕਰ ਲਾਂ। ਨਹੀਂ, ਜਿੱਦਣ ਉਹਦੀ ਤਾਕਤ ਚੱਲੀ ਤੇ ਸਾਡੀ ਕੰਮ ਨਹੀਂ ਆਉਣੀ ਕੋਈ। ਉਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਮਹਿਸੂਸ ਕਰਨਾ ਹੈ, ਅਨੁਭਵ ਕਰਨਾ ਹੈ, ਕਹਿੰਦੇ ਅਮਤੋਜ ਕਹਿਜੈ। ਕਿਹਾ ਜਾਂਦਾ ਹੈ ਕਿ ਉਹ ਇੰਨੀ ਪਾਵਰ ਵਾਲਾ, ਇੰਨੀ ਤਾਕਤ ਵਾਲਾ ਹੈ
ਕਿ ਜਿਹਨੂੰ ਮਿਣਿਆ ਤੇ ਨਾਪਿਆ ਨਹੀਂ ਜਾ ਸਕਦਾ। ਕੋਟ ਇੰਦਰ ਇੰਦਰਾਣ, ਸ਼ਾਹ ਸ਼ਹਾਨ ਗਣੀਜੈ। ਕੋਟ ਕਰੋੜਾਂ, ਕਿਉਂਕਿ ਟੈਂਕੇ ਨੂੰ ਸਿਹਾਰੀ ਲੱਗ ਗਈ। ਕਰੋੜਾਂ, ਕਹਿੰਦੇ ਕਰੋੜਾਂ ਹੀ ਜਿਹੜਾ ਉਹ ਇੰਦਰ ਇੰਦਰਾ। ਇੰਦਰ ਕੌਣ ਹੈ? ਰਾਜਾ। ਕਹਿੰਦੇ ਉਹ ਕਰੋੜਾਂ ਰਾਜਿਆਂ ਦਾ ਰਾਜਾ ਹੈ। ਅਸੀਂ ਕਿਹੜੇ ਰਾਜੇ ਹੋਣ ਦਾ ਮਾਣ ਰੱਖੀ ਬੈਠੇ ਹਾਂ, ਉਹ ਤੇ ਕਰੋੜਾਂ ਰਾਜਿਆਂ ਦਾ ਰਾਜਾ ਹੈ। ਸ਼ਾਹ ਸ਼ਹਾਨ ਗਣੀਜੈ, ਕਹਿਣ ਲੱਗੇ ਉਹ ਤੇ ਜਿਹੜਾ ਜਿਵੇਂ ਸ਼ਾਹ ਜਿਵੇਂ ਕਹਿ ਲਓ ਕਿ ਜਿਵੇਂ ਆਪਾਂ ਕਹਿੰਦੇ ਆ ਇਹ ਬੜਾ ਵੱਡਾ ਸ਼ਾਹੂਕਾਰ ਹੈ, ਇਹ ਪਾਤਸ਼ਾਹ ਹੈ। ਕਹਿੰਦੇ ਉਹ ਤੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਉਹ ਤੇ ਸ਼ਾਹੂਕਾਰਾਂ ਦਾ ਵੀ ਸ਼ਾਹੂਕਾਰ ਹੈ। ਉਸ ਤੋਂ ਵੱਡਾ ਸ਼ਾਹ ਕੌਣ ਹੋ ਸਕਦਾ ਹੈ? ਕੌਣ ਉਹਦੀ ਗਿਣਤੀ ਕੇ ਕਰ ਸਕਦਾ? ਨਹੀਂ ਕਰ ਸਕਦਾ। ਇਸ ਲਈ ਜਿਹੜੇ ਦੁਨੀਆ ਦੇ ਰਾਜੇ ਮਹਾਰਾਜੇ ਨੇ ਤੇ 4 ਦਿਨ ਦੇ ਨੇ। ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ, ਇਹਨਾਂ ਚੋਂ ਤਾਂ ਕਿਸੇ ਨੇ ਨਹੀਂ ਰਹਿਣਾ। ਪਰ ਜਿਹਦੇ ਨਾਲ ਤੁਸੀਂ ਜੁੜਨਾ ਨਾ, ਉਹ ਕਰੋੜਾਂ ਰਾਜਿਆਂ ਦਾ ਰਾਜਾ ਤੇ ਸ਼ਾਹਾਂ ਦਾ ਸ਼ਾਹ ਹੈ। ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਤ੍ਰਿਭਵਨ ਮਹੀਪ, ਮਹੀਪ ਵੀ ਕਹਿੰਦੇ ਆ ਜਿਹੜਾ ਰਾਜਾ, ਉਹ 3 ਭਵਨਾਂ ਦਾ ਮਾਲਕ ਹੈ। ਇੱਕ ਭਵਨ ਨਹੀਂ, 3 ਭਵਨਾਂ ਦਾ ਮਾਲਕ ਹੈ। ਆਸਮਾਨ ਵੀ ਉਹਦੇ ਵੱਸ ਹੈ, ਧਰਤੀ ਵੀ ਉਹਦੇ ਵੱਸ ਹੈ ਤੇ ਪਤਾਲ ਵੀ ਉਹਦੇ ਵੱਸ ਹੈ। ਜਾਂ 3 ਗੁਣ, ਰਜ ਗੁਣ, ਤਮ ਗੁਣ, ਸਤ ਗੁਣ ਹੀ ਮਾਇਆ ਹੈ ਨਾ, ਇਹ ਸਾਰੀ 3 ਗੁਣਾਂ ਦੀ ਮਾਇਆ ਉਹਦੇ ਵੱਸ ਵਿੱਚ ਹੈ। ਉਹ ਸਾਰਿਆਂ ਦਾ ਮਾਲਕ ਹੈ। ਸੁਰ ਨਰ ਅਸੁਰ 3 ਪ੍ਰਕਾਰ ਦੇ ਜੀਵ ਨੇ। ਇੱਕ ਉਹ ਨੇ ਜਿਹੜੇ ਸੁਰ, ਜਿਨ੍ਹਾਂ ਵਿੱਚ ਦੈਵੀ ਗੁਣ ਨੇ। ਇੱਕ ਆਮ ਦਰਮਿਆਨੇ ਜਿਹੇ ਨੇ, ਜਿਨ੍ਹਾਂ ਦੇ ਵਿੱਚ ਦੈਵੀ ਗੁਣ ਨਹੀਂ। ਅਸੁਰ, ਜਿਨ੍ਹਾਂ ਦੇ ਵਿੱਚ ਸ਼ੈਤਾਨੀ ਅਵਗਣ ਨੇ। 3 ਪ੍ਰਕਾਰ ਦੇ ਪ੍ਰਾਣੀ ਨੇ। ਇੱਕ ਉਹ ਜਿਨ੍ਹਾਂ ਵਿੱਚ ਚੰਗਿਆਈਆਂ ਨੇ, ਇੱਕ ਉਹ ਜਿਹਦੇ ਵਿੱਚ ਬੁਰਾਈਆਂ ਨੇ, ਇੱਕ ਉਹ ਹੈ ਜਿਹਦੇ ਵਿੱਚ ਨਾ ਚੰਗਿਆਈ ਹੈ ਨਾ ਬੁਰਾਈ ਹੈ। 3 ਪ੍ਰਕਾਰ ਦੇ ਪ੍ਰਾਣੀ ਨੇ। ਜਾਂ ਅਰਥ ਇਹਦੇ ਕਰਾਂਗੇ ਦੇਵਤੇ, ਸ਼ੈਤਾਨ ਤੇ ਮਨੁੱਖ। ਇਹਦੇ ਅਰਥ ਇਹ ਵੀ ਕਰ ਸਕਦੇ ਹਾਂ, ਇਹਦੇ ਅਰਥ ਇਹ ਵੀ ਕਰ ਸਕਦੇ ਹਾਂ ਕਿ ਇੱਕ ਚੰਗਿਆਈ ਵਾਲਾ, ਇੱਕ ਬੁਰਾਈ ਵਾਲਾ, ਇੱਕ ਉਹ ਜਿਹਦੇ ਵਿੱਚ ਨਾ ਚੰਗਿਆਈ ਤੇ ਬੁਰਾਈ ਕੁਛ ਵੀ ਨਹੀਂ ਹੈ। ਸਭ ਕਹਿੰਦੇ ਤਿੰਨੇ ਕੀ ਕਹਿ ਰਹੇ ਨੇ? ਨੇਤ ਨੇਤ, ਬੇਅੰਤ ਬੇਅੰਤ। ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਕਿਸੇ ਵੀ ਪ੍ਰਕਾਰ, ਤੇਰਾ ਅੰਤ ਨਹੀਂ। ਇਹ ਵੀ ਆਪਾਂ ਜਪਜੀ ਸਾਹਿਬ ਗੱਲ ਕਲੀਅਰ ਕਰਕੇ ਆਏ ਆ। ਇਹ ਅੰਤ ਨਾ ਜਾਣੈ ਕੋਏ, ਬਹੁਤਾ ਗਹੀਐ ਬਹੁਤਾ ਹੋਏ। ਸਭ ਕਹਿੰਦੇ ਸਾਰੇ ਹੀ ਕਹਿ ਰਹੇ ਨੇ, ਸਿਰਫ ਇਹ 3 ਨਹੀਂ ਕਹਿ ਰਹੇ। ਵਣ ਤ੍ਰਿਣ ਕਹਿਤ, ਕਹਿੰਦੇ ਵਣ ਜੰਗਲ, ਜੰਗਲ ਵਿੱਚ ਇੱਕ ਇੱਕ ਤਿਣਕਾ ਕਹਿ ਰਿਹਾ ਹੈ ਕਿ ਤੂੰ ਬੇਅੰਤ ਹੈ। ਤ੍ਰਿਣ ਘਾਹ ਦਾ ਇੱਕ ਤਿਣਕਾ, ਤੀਲਾ, ਕਹਿੰਦੇ ਇੱਕ ਇੱਕ ਕਣ ਕਣ ਜਿਹੜਾ ਉਹ ਕਹਿ ਰਿਹਾ ਹੈ ਕਿ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਇਹ ਸਾਰੇ ਹੀ ਕਹਿ ਰਹੇ ਨੇ। ਤਬ ਸਰਬ ਨਾਮ ਕਥਾ ਕਵਨ, ਕਥਾ ਕਵਨ, ਕੌਣ ਤੇਰੇ ਸਾਰੇ ਨਾਮਾਂ ਨੂੰ ਬਿਆਨ ਕਰੇ? ਆ ਜਿੰਨੇ ਵੀ ਤੇਰੇ ਨਾਮ ਨੇ ਇਹ ਕੁਦਰਤ ਨੂੰ ਵੇਖ ਕੇ ਨੇ, ਤੇਰਾ ਆਪਣਾ ਕੋਈ ਨਾਮ ਨਹੀਂ ਹੈ। ਬਸ ਤੂੰ ਸਤ ਹੈ, ਸਦੀ ਵੀ ਸਤ ਹੈ। ਤੂੰ ਆਦ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ ਹੈ। ਪਰ ਜੇ ਕੋਈ ਕਹੇ ਵੀ ਤੇਰਾ ਅਸਲ ਨਾਮ ਨਹੀਂ, ਇਹ ਸਾਰੇ ਜੋ ਸਿਸਟਮ ਚੱਲ ਰਿਹਾ ਨਾ ਕੁਦਰਤ ਵਿੱਚ, ਇਹ ਕੁਦਰਤ ਨੂੰ ਵੇਖ ਕੇ ਉਹਦੇ ਨਾਮ ਨੇ। ਤੇ ਸਾਰੇ ਨਾਮ ਵੀ ਨਹੀਂ ਬਿਆਨ ਹੋ ਸਕਦੇ। ਕਿਉਂ? ਕਿਉਂਕਿ ਤੇਰਾ ਕੁਦਰਤ ਦਾ ਵੀ ਅੰਤ ਨਹੀਂ ਹੈ। ਨਾ ਅੰਤ ਹੋਣ ਕਰਕੇ ਕਥਾ ਕਵਨ, ਕੌਣ ਕਥਨ ਕਰੇਗਾ? ਕੀ ਤਬ ਸਰਬ ਨਾਮ, ਤੇਰੇ ਸਾਰੇ ਨਾਮ ਕੌਣ ਬਿਆਨ ਕਰ ਸਕਦਾ ਹੈ? ਕਰਮ ਨਾਮ ਵਰਨਤ ਸੁਮਤ, ਇੱਥੇ ਸੁਮਤ ਬੋਲਣਾ। ਕਹਿੰਦੇ ਜਿਹੜੇ ਸੁਮਤ ਵਾਲੇ ਨੇ ਨਾ, ਚੰਗੀ ਮਤ ਵਾਲੇ, ਉਹ ਆਪਣੀ ਆਪਣੀ ਮਤ ਅਨੁਸਾਰ ਤੇਰੇ ਕਰਮ ਨਾਮ ਬਿਆਨ ਕਰ ਰਹੇ ਨੇ। ਜੋ ਤੇਰੇ ਸਿਸਟਮ ਦੇ ਵਿੱਚ ਹੋ ਰਿਹਾ ਨਾ ਕਰਮ, ਜੋ ਹੋ ਰਿਹਾ ਹੈ ਤੇਰੀ ਕੁਦਰਤ ਵਿੱਚ, ਉਹਦੇ ਵਿੱਚੋਂ ਜੋ ਜੋ ਗੁਣ ਸਾਨੂੰ ਦਿਖਾਈ ਦਿੱਤੇ, ਅਸੀਂ ਉਹਦੇ ਆਧਾਰ ਤੇ ਤੇਰਾ ਨਾਮ ਰੱਖ ਦਿੱਤਾ। ਕਿਸੇ ਨੇ ਗੋਪਾਲ, ਕਿਸੇ ਨੇ ਠਾਕੁਰ, ਕਿਸੇ ਨੇ ਆਖਿਆ ਉਹ ਮਿਹਰਬਾਨ ਹੈ, ਕਿਸੇ ਆਖਿਆ ਦਿਆਲੂ ਹੈ, ਕਿਸੇ ਆਖਿਆ ਕਿਰਪਾਲੂ ਹੈ, ਕਿਸੇ ਨੇ ਕੁਛ, ਕਿਸੇ ਨੇ ਕੁਛ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਇਹ ਸਾਰੇ ਹੀ ਨਾਮ ਤੇਰੇ ਜਿਹੜੇ ਨੇ ਇਹ ਕਿਰਤਮ ਨਾਮ ਨੇ। ਪਰ ਸਾਰੇ ਜਿਹੜੇ ਕਹਿ ਕੇ ਇਹ ਵੀ ਨਹੀਂ ਕਹਿ ਸਕਦੇ ਵੀ ਬਸ ਇੱਥੇ ਹੀ ਤੱਕ ਹੀ ਨਾਮ ਹੈ, ਅੱਗੋਂ ਕੁਛ ਵੀ ਨਹੀਂ। ਨਹੀਂ, ਉਹਦਾ ਅੰਤ ਕੋਈ ਨਹੀਂ ਪਾਇਆ ਜਾ ਸਕਦਾ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਾਪ ਸਾਹਿਬ ਦੀ ਆਰੰਭਤਾ ਦੇ ਵਿੱਚ
ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਨੁਭਵ ਕਰਨ ਵਾਸਤੇ, ਮਹਿਸੂਸ ਕਰਨ ਲਈ ਇਹ ਆਰੰਭਤਾ ਵਿੱਚ ਜਿਹੜਾ ਮੁੱਖ ਵਾਕ ਦੇ ਰੂਪ ਵਿੱਚ ਉਚਾਰਨ ਕੀਤਾ। ਅੱਜ ਇਸ ਅਸਥਾਨ ਤੋਂ ਜੋ ਅਸੀਂ ਨਿਤ ਦੇ ਨੇਮ ਵਿੱਚ ਦੂਸਰੀ ਬਾਣੀ ਜਾਪ ਸਾਹਿਬ ਦਾ ਪਾਠ ਕਰਦੇ ਹਾਂ, ਉਹਦੀ ਵਿਚਾਰ ਇੱਥੇ ਅੱਜ ਆਰੰਭ ਹੋਈ ਤੇ ਗੁਰੂ ਸਾਹਿਬ ਨੇ ਤਰਸ ਕਰਕੇ ਆਪ ਇਹ ਵਿਚਾਰ ਇਹਦੀ ਜਿਹੜੀ ਆ ਉਹ ਕਰਵਾਈ ਹੈ। ਤੇ ਪਹਿਲਾਂ ਵੀ ਬੇਨਤੀ ਕੀਤੀ, ਫਿਰ ਹੁਣ ਸਮਾਪਤੀ ਤੇ ਬੇਨਤੀ ਕਰਦਾ ਚੱਲਾਂ ਵੀ ਕੋਸ਼ਿਸ਼ ਕਰੋ ਤੁਸੀਂ ਜਿੰਨਾ ਤੁਸੀਂ ਗੁਰੂ ਦਰਬਾਰ ਵਿੱਚ ਆ ਕੇ ਸੰਗਤ ਵਿੱਚ ਬੈਠ ਕੇ ਬਾਣੀ ਦਾ ਲਾਹਾ ਲੈ ਸਕਦੇ ਹੋ, ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਇਹ ਲਾਹੇ ਪ੍ਰਾਪਤ ਕਰੋ। ਜਿਹੜੇ ਤੁਸੀਂ ਨਿਤ ਦੇ ਨੇਮ ਵਿੱਚ ਆਉਂਦੇ ਹੋ, ਤੁਹਾਨੂੰ ਮੁਬਾਰਕ ਹੈ। ਤੁਹਾਨੂੰ ਵਾਹਿਗੁਰੂ ਹੋਰ ਬਲ ਬਖਸ਼ਣ ਤਾਂ ਕਿ ਇਹ ਸਾਡਾ ਨਿਤ ਦਾ ਨੇਮ ਖੁੰਝੇ ਨਾ, ਅਸੀਂ ਨਿਤ ਅੰਮ੍ਰਿਤ ਬਾਣੀ ਦਾ ਔਰ ਇਹਦੀ ਵਿਚਾਰ ਦਾ ਲਾਹਾ ਵੱਧ ਤੋਂ ਵੱਧ ਪ੍ਰਾਪਤ ਕਰ ਸਕੀਏ। ਇਹੀ ਸਾਡੀ ਅਰਦਾਸ ਹੈ। ਜਿੰਨੀ ਬਾਣੀ ਦਾ ਅਭਿਆਸ ਕਰਨਾ ਜਾਂ ਵਿਚਾਰ ਕਰਨੀ, ਮੁੱਕਦੀ ਗੱਲ ਇੱਥੇ ਹੀ ਆਉਣੀ ਹੈ। ਜਾ ਕੇ ਅਸੀਂ ਨਾਮ ਮੰਗਣ ਆਏ ਹਾਂ ਤੇ ਨਾਮ ਹੀ ਬਖਸ਼ਿਸ਼ 'ਚ ਲੈ ਕੇ ਜਾਣਾ ਹੈ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਇਸੇ ਤਰ੍ਹਾਂ ਨਾਮ ਬਾਣੀ ਨਾਲ ਜੋੜੀ ਰੱਖਣ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ। ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਬਚਨ ਜਾਪ ਸਾਹਿਬ ਦੀ ਬਾਣੀ ਵਿੱਚੋਂ ਅੱਜ ਦੇ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਤ੍ਰਿਪਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਵ ਨਾਮ ਕਥੈ ਪਵਨ, ਕਰਮ ਨਾਮ ਵਰਨਤ ਸੁਮਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ